KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ। 15 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਆਵਾਜ਼ ਰੇਡੀਓ ਇੰਡੀਆ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ, ਅੱਜ ਆਪਾਂ ਗੱਲਬਾਤ ਕਰਨੀ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਇੱਕ ਬਿਆਨ ਤੇ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਈਸਾਈ ਧਰਮ ਆ ਜਿਹੜਾ ਇਹਦਾ ਪ੍ਰਸਾਰ ਹੋ ਰਿਹਾ ਤੇ ਸਾਨੂੰ ਹੁਣ ਏਸੀ ਕਮਰਿਆਂ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈਗੀ ਆ ਤੇ ਸਾਨੂੰ ਸੰਭਾਲਣਾ ਪਊਗਾ ਹੁਣ ਆਪਣੀ ਸਿੱਖੀ ਨੂੰ। ਪਰ ਉਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਕਿ ਸਿੱਖੀ ਨੂੰ ਸੰਭਾਲਣ ਦੇ ਲਈ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ। ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ 'ਚ ਉਹਨਾਂ ਨੇ ਇਹ ਤਾਂ ਕਹਿਤਾ ਕਿ ਈਸਾਈਅਤ ਫੈਲਾਈ ਜਾ ਰਹੀ ਆ, ਪਰ ਕਿਸ ਵੱਲੋਂ ਫੈਲਾਈ ਜਾ ਰਹੀ ਆ ਇਹਦੇ ਬਾਰੇ ਕੁਝ ਨਹੀਂ ਪਤਾ। ਤੇ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਪਿੰਡ-ਪਿੰਡ 'ਚ ਚਰਚ ਬਣ ਰਹੇ ਆ। ਤੁਸੀਂ ਕੀ ਕਹਿਣਾ ਚਾਹੋਗੇ ਜਥੇਦਾਰ ਸਾਹਿਬ ਦੇ ਇਸ ਬਿਆਨ ਤੇ? ਦੇਖੋ, ਜਿਹੜੀ ਧਰਮ ਦੀ ਬਦਲੀ ਆ ਕਿਸੇ ਨੇ ਕਰਨੀ, ਜਾਂ ਪਹਿਲਾਂ ਕੋਈ ਧਾਰਮਿਕ ਸੀ ਜਾਂ ਨਹੀਂ ਸੀ, ਉਹਨੇ ਹੋਰ ਧਰਮ ਅਪਣਾਉਣਾ, ਉਹਦੇ ਲਈ ਇਹ ਆਜ਼ਾਦੀ ਤਾਂ ਹੋਣੀ ਚਾਹੀਦੀ ਹੈ ਇਨਸਾਨ ਨੂੰ, ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਕੋਈ ਧਰਮ ਨਹੀਂ ਸੀ। ਇਨਸਾਨ ਨੇ ਧਰਮ ਬਣਾਇਆ, ਧਰਮ ਨੇ ਇਨਸਾਨ ਨਹੀਂ ਬਣਾਇਆ। ਇਨਸਾਨ ਵੈਸੇ ਇਨਸਾਨ ਸੀ ਆਇਆ ਇੱਥੇ। ਉਸ ਤੋਂ ਬਾਅਦ ਸਾਡੇ ਹਿੰਦੂਇਜ਼ਮ ਚੱਲਿਆ, ਬੁੱਧਿਜ਼ਮ ਆਇਆ, ਜੈਨਿਜ਼ਮ ਆਇਆ, ਫਿਰ ਇਸਲਾਮ ਵੀ ਵਿੱਚ ਆਇਆ। ਉਸ ਤੋਂ ਬਾਅਦ ਜੇ ਧਰਮ ਬਦਲੀ ਨਾ ਕਰਦੇ ਹੁੰਦੇ ਸਿੱਖ ਤਾਂ ਬਣਦੇ। ਸਿੱਖ ਵੀ ਤਾਂ ਹੀ ਬਣਿਆ, ਧਰਮ ਦੀ ਆਜ਼ਾਦੀ ਕਿਸੇ ਜ਼ਮਾਨੇ 'ਚ ਹੋਊਗੀ। ਜਿਹੜੇ ਹਿੰਦੂਇਜ਼ਮ 'ਚੋਂ ਅਸੀਂ ਉੱਠ ਕੇ ਆਏ ਹਾਂ, ਸਿੱਖ ਬਣੇ ਆ। ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਈਸਾਈ ਬਣ ਰਹੇ ਆ ਪੰਜਾਬੀ, ਉਹ ਸੋਚਣ ਵਾਲੀ ਗੱਲ ਹੈ ਕਿ ਤੁਹਾਡਾ ਬੱਚਾ ਘਰੋਂ ਤੁਹਾਨੂੰ ਛੱਡ ਕੇ ਚਲ ਜਾਂਦਾ, ਉਹਦੇ ਬਾਰੇ ਸੋਚਣਾ ਪੈਂਦਾ ਕਿ ਸਾਡੀਆਂ ਦੋ ਲੋੜਾਂ ਆ ਇਨਸਾਨ ਦੀਆਂ। ਇੱਕ ਤਾਂ ਸਾਡੀ ਮਟੀਰੀਅਲ ਕੋਈ ਪਦਾਰਥਕ ਲੋੜਾਂ ਹੁੰਦੀਆਂ, ਦੂਜੀਆਂ ਸਾਡੀਆਂ ਆਤਮਿਕ ਜਿਹੜੀਆਂ ਸਪਿਰਿਚੁਅਲ ਲੋੜਾਂ ਹੁੰਦੀਆਂ। ਇਹਨਾਂ 'ਚੋਂ ਕਿਸੇ ਚੀਜ਼ ਦੀ ਘਾਟ ਰਹੀ ਹੋਣੀ ਹੈ ਜਿਹੜਾ ਬੰਦਾ ਸਾਨੂੰ ਛੱਡ ਕੇ ਚਲਾ ਗਿਆ ਜੀ। ਅੱਛਾ, ਉਹਨਾਂ ਨੂੰ ਹੁਣ ਜੇ ਤੁਸੀਂ ਚਾਹੁੰਦੇ ਹੋ ਵਾਪਸ ਆਉਣ ਤੇ ਉਹ ਕਿਉਂ ਛੱਡ ਕੇ ਗਏ ਪਹਿਲਾਂ ਇਹਦਾ ਪਤਾ ਕਰਨਾ। ਹਾਂਜੀ, ਇਹਦੇ ਬਾਰੇ ਜਥੇਦਾਰ ਸਾਹਿਬ ਨੇ ਕੁਝ ਨਹੀਂ ਕਿਹਾ ਵੀ ਕਿਉਂ ਛੱਡ ਕੇ ਗਏ। ਹੁਣ ਇੱਕ ਬੜੀ ਇੰਟਰਸਟਿੰਗ ਐਨੈਕਡੋਟ ਹੈ ਮੇਰੇ ਤੋਂ। ਵਿਸ਼ਵ ਹਿੰਦੂ ਪ੍ਰੀਸ਼ਦ ਜਦੋਂ ਬਣੀ ਆ 1964 ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਇਹਦਾ ਮਿਸਨੋਮਰ ਹੈ, ਜਿੱਦਾਂ ਲੋਕੀ ਸਮਝਦੇ ਇੱਕ ਧਰਮ ਦੀ ਆ। ਹਿੰਦੂ ਪ੍ਰੀਸ਼ਦ ਜਿਹੜੀ ਬਣੀ ਆ, ਉਹ ਬਣੀ ਆ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਧਰਮ ਪੈਦਾ ਹੋਏ ਆ ਉਹਨਾਂ ਨੂੰ ਉਹ ਸਮਝਦੇ ਕਿ ਸਾਡਾ ਹੀ ਇੱਕ ਸੰਸਕ੍ਰਿਤੀ ਦਾ ਹਿੱਸਾ ਹੈ। ਚਾਹੇ ਉਹ ਬੋਧੀ ਸੀ, ਚਾਹੇ ਜੈਨੀ ਸੀ, ਚਾਹੇ ਕਬੀਰਪੰਥੀ ਆ, ਚਾਹੇ ਸਿੱਖ ਸੀ। ਤੇ ਉਹਦੇ ਵਿੱਚ ਸ਼ੁਰੂਆਤ ਦੇ ਵਿੱਚ ਜਦੋਂ ਸਥਾਪਨਾ ਹੋਈ ਤਾਂ ਮਾਸਟਰ ਤਾਰਾ ਸਿੰਘ ਨੇ ਨੁਮਾਇੰਦਗੀ ਕੀਤੀ ਸਿੱਖਾਂ ਦੀ। ਇਹਨਾਂ ਦੇ ਸਾਈਨ ਆ ਉਹਦੇ ਫਾਊਂਡਿੰਗ ਮੈਂਬਰ ਦੇ ਤੌਰ ਤੇ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿੱਚ ਜਿਹੜੀ ਉਹਨਾਂ ਦੀ ਐਗਜ਼ੈਕਟਿਵ ਆ, ਉੱਥੇ ਇੱਕ ਸੀਟ ਐਗਜ਼ੈਕਟਿਵ ਦੇ ਵਿੱਚ ਸਿੱਖਾਂ ਲਈ ਵੀ ਆ। ਜਿਹੜਾ ਵੀ ਅਕਾਲ ਤਖ਼ਤ ਦਾ ਜਥੇਦਾਰ ਹੁੰਦਾ, ਉਸ ਮੌਜੂਦਾ ਜਥੇਦਾਰ, ਉਹ ਐਕਸ ਅਫੀਸ਼ੀਅਲ ਐਗਜ਼ੈਕਟਿਵ ਮੈਂਬਰ ਆ VHP ਦਾ। ਤੇ ਇਹ ਮੇਰੀ ਗੱਲਬਾਤ ਹੋਈ ਕਿਸੇ ਨਾਲ ਜਿਹੜੇ ਕਿ ਪਹਿਲਾਂ ਹੈ ਤਾਂ ਪੰਜਾਬੀ, ਉਹ ਪੰਜਾਬੀ ਹਿੰਦੂ ਆ, ਤੇ ਉਹਨਾਂ ਨੇ ਉਹ ਪਹਿਲਾਂ ਐਗਜ਼ੈਕਟਿਵ ਮੈਂਬਰ ਰਹੇ। ਇੱਕ ਜਥੇਦਾਰ ਦੀ ਗੱਲ ਸੁਣਾਉਣਾ ਤੁਹਾਨੂੰ। ਉਹਨਾਂ ਨੇ ਕਿਤੇ ਗੱਲ ਕੀਤੀ ਉੱਥੇ VHP ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਕਿ ਇਸ਼ੂ ਆ ਗਏ ਸ਼ੰਕਰਾਚਾਰੀਆ ਨੇ ਕਿਸੇ ਨੂੰ ਕਿਹਾ ਕਿ ਜਿਹੜੇ ਟ੍ਰਾਈਬਲ ਨੂੰ ਕੀ ਕਹਿੰਦੇ ਹੁੰਦੇ ਅਸੀਂ, ਕਬੀਲੇ ਆਦਿਵਾਸੀ ਜਿਹਨਾਂ ਨੂੰ ਕਹਿੰਦੇ ਹਾਂ, ਹਾਂਜੀ ਹਾਂਜੀ, ਇਹਨਾਂ ਦੇ ਵਿੱਚ ਬਹੁਤ ਜਗ੍ਹਾ ਤੇ ਈਸਾਈ ਧਰਮ ਜ਼ਿਆਦਾ ਫੈਲ ਰਿਹਾ। ਈਸਾਈ ਜਿਹੜੇ ਮਿਸ਼ਨਰੀਜ਼ ਇਹਨਾਂ ਤੇ ਕੰਮ ਕਰ ਰਹੇ, ਉਹ ਕਹਿੰਦੇ ਸਾਡੇ ਲਈ ਚਿੰਤਾ ਵਾਲੀ ਗੱਲ ਹੈ। ਅੱਛਾ, ਫਿਰ ਉਹ ਕਹਿੰਦੇ ਕਿ ਜਦੋਂ ਅਸੀਂ ਜਾਂਦੇ ਹਾਂ ਉੱਥੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਹਿੰਦੂ ਬਣੋ।
ਉਹ ਫਿਰ ਪੁੱਛਦੇ ਹਿੰਦੂ ਧਰਮ ਦੇ ਵਿੱਚ ਤਾਂ ਬ੍ਰਾਹਮਣ ਵੀ ਆ, ਰਾਜਪੂਤ ਵੀ ਆ, ਵੈਸ਼ ਵੀ ਆ, ਸ਼ੂਦਰ ਵੀ ਆ, ਅਸੀਂ ਕਿੱਥੇ ਫਿੱਟ ਆਉਣੇ, ਕਿਹੜੀ ਪੌੜੀ ਤੇ ਖੜਨਾ ਅਸੀਂ? ਤੇ ਕੋਈ ਥੱਲੇ ਤਾਂ ਨਹੀਂ ਜਾਣਾ ਚਾਹੁੰਦਾ ਕੋਈ ਵੀ, ਤਾਂ ਬ੍ਰਾਹਮਣ ਬਣਾਉਣ ਨਹੀਂ ਦਿੰਦੇ। ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਕਿਹਾ, ਐਗਜ਼ੈਕਟਿਵ ਮੈਂਬਰ ਨੇ, ਵੀ ਜਥੇਦਾਰ ਸਾਹਿਬ ਤੁਸੀਂ ਉਹਨਾਂ ਨੂੰ ਸਿੱਖ ਬਣਾ ਲਓ, ਤੁਸੀਂ ਮਿਸ਼ਨਰੀ ਬਣਾ ਕੇ ਭੇਜੋ। ਕਹਿੰਦੇ ਜਥੇਦਾਰ ਸਾਹਿਬ ਸਾਨੂੰ ਕਹਿੰਦੇ ਕਿ ਦੇਖੋ ਅਸੀਂ ਨਵੇਂ ਬੰਦੇ ਤਾਂ ਭਰਤੀ ਕਰਦੇ ਨਹੀਂ, ਪੁਰਾਣਾ ਬੰਦਾ ਕੋਈ ਅਸੀਂ ਖਾਲਸਾ ਛੇਕਣਾ ਹੋਵੇ ਤਾਂ ਛੇਕ ਦਿੰਦੇ। ਮਤਲਬ ਉਹਦੀ ਉਹ ਦਿਲਚਸਪ ਗੱਲ ਇਹ ਆ ਵੀ ਜਿਹੜੇ ਮਿਸ਼ਨਰੀ ਕਾਲਜ ਬਣਾਏ ਆ ਸਾਡੇ, ਇਹ ਮਿਸ਼ਨਰੀਜ਼ ਕਰਦੇ ਕੀ ਆ? ਇੱਥੇ ਤੁਸੀਂ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤਾਂ ਜਿਹੜੇ ਸਾਡੇ ਪ੍ਰਚਾਰਕ ਆਉਂਦੇ ਨਾ, 80% ਉਹਨਾਂ ਦਾ ਪ੍ਰਚਾਰ ਹੁੰਦਾ ਦੂਸਰੇ ਧਰਮਾਂ ਨੂੰ ਗਾਲਾਂ ਕੱਢਣੀਆਂ, ਤੇ 20% ਹੁੰਦਾ ਜਿਹੜੀਆਂ ਇੱਧਰਲੀਆਂ ਉੱਧਰਲੀਆਂ ਗੱਲਾਂ ਸੁਣਾਉਂਦੇ ਆ। ਇਹਦੇ ਨਾਲ ਕੀ ਤੁਹਾਡੇ ਆ ਜਾਣ? ਤੁਸੀਂ ਰੇਹੜੀ ਤੇ ਖੜ ਕੇ ਆਪਣਾ ਸਮਾਨ ਵੇਚਦੇ ਹੋ, ਆਓ ਉਹਦੇ ਬਾਰੇ ਦੱਸੋ ਵੀ ਮੇਰੇ ਕੋਲ ਅੰਬ ਪਏ ਆ, ਮੇਰੇ ਕੋਲ ਖਰਬੂਜੇ ਪਏ ਆ, ਮੇਰੇ ਕੋਲ ਤਰਾਂ ਪਈਆਂ। ਤੁਸੀਂ ਇਹ ਨਾ ਦੱਸੋ ਵੀ ਆਹ ਜਿਹੜੀਆਂ ਨਾਲ ਦੀਆਂ ਰੇਹੜੀਆਂ ਇਹਨਾਂ ਦੇ ਗਲੇ ਪਏ ਆ, ਉਹਦੇ ਵੀ ਗਲੇ ਪਏ ਆ, ਉਹਦੇ ਵੀ ਗਲੇ ਪਏ। ਹਾਂਜੀ, ਇਹ ਤੇ ਦਿਲਚਸਪੀ ਨਹੀਂ ਕਿਸੇ ਦੀ ਵੀ। ਹੁਣ ਇਸ਼ੂ ਆਈ ਆ ਕਿ ਜੇ ਈਸਾਈ ਬਣਦੇ ਤਾਂ ਕਿਉਂ ਬਣਦੇ? ਹਾਂਜੀ, ਪਹਿਲੀ ਗੱਲ ਉਹਨੂੰ ਇਨਸਾਨ ਦੀ ਮਰਜ਼ੀ ਆ ਵੀ ਉਹਨਾਂ ਨੇ ਕੀ ਬਣਨਾ। ਦੂਸਰੀ ਗੱਲ ਵੱਡੀ ਇਹ ਆ ਵੀ ਉਹ ਤੁਹਾਨੂੰ ਜਿਹੜਾ ਤੁਹਾਡਾ ਬੱਚਾ ਛੱਡ ਗਿਆ, ਤੁਹਾਡੇ ਘਰੋਂ ਜਾਂਦਾ ਲੱਗਾ, ਉਹਦਾ ਜਿੰਨਾ ਚਿਰ ਤੁਸੀਂ ਆਪਣੇ ਪੀੜੇ ਦੇ ਥੱਲੇ ਸੋਟਾ ਨਹੀਂ ਫੇਰ ਕੇ ਦੇਖਦੇ ਤੇ ਇਹ ਪਤਾ ਹੀ ਨਹੀਂ ਲੱਗਣਾ ਸਾਨੂੰ ਵੀ ਉਹ ਕਿਉਂ ਗਏ, ਕਿਉਂ। ਹਾਂਜੀ, ਕੋਈ ਨਾ ਕੋਈ ਤਾਂ ਕਾਰਨ ਹੋਣਾ ਨਾ ਜੀ। ਵੈਸੇ ਤਾਂ ਜੇ ਤੁਸੀਂ ਬੱਚਾ ਛੱਡ ਕੇ ਜਾਂਦਾ ਨਹੀਂ, ਉਹਨੂੰ ਘਰ ਬੈਠੇ ਨੂੰ ਰੋਟੀ ਮਿਲਦੀ ਆ, ਘਰ ਬੈਠੇ ਨੂੰ ਕੱਪੜੇ ਮਿਲਦੇ ਆ, ਘਰ ਬੈਠੇ ਨੂੰ ਸੌਣ ਲਈ ਕਮਰਾ ਮਿਲਦਾ ਆ, ਫਿਰ ਉਹ ਸਭ ਕੁਝ ਛੱਡ ਕੇ ਵੀ ਚੱਲ ਜਾਵੇ, ਫਿਰ ਬਾਹਰ ਜਾ ਕੇ ਕੰਮ ਕਰੇ, ਬਾਹਰ ਜਾ ਕੇ ਰੋਟੀ ਕਮਾਵੇ, ਪਰ ਸਾਡੇ 'ਚ ਕੋਈ ਨਾ ਕੋਈ ਤਾਂ ਗਲਤੀ ਰਹੀ ਹੋਣੀ ਹੈ ਜੀ। ਜੇ ਅਸੀਂ ਉਹ ਰੀਅਲਾਈਜ਼ ਨਹੀਂ ਕਰਦੇ ਪਹਿਲਾਂ, ਤੇ ਸਿੱਖੀ ਦੇ ਵਿੱਚ ਕੀ ਕਮੀ ਪੇਸ਼ੀ ਰਹਿੰਦੀ ਹੈ, ਸਿੱਖੀ ਸਿਧਾਂਤ ਦੇ ਵਿੱਚ ਕੀ ਗੱਲ ਹੋ ਗਈ ਹੈ। ਹੁਣ ਪਹਿਲਾਂ ਜ਼ਾਤ ਪਾਤ ਦੀ ਗੱਲ ਕਰ ਲੈਂਦੇ ਅਸੀਂ, ਬਾਣੀ ਨੇ ਤਾਂ ਕਿਹਾ, ਸਿਧਾਂਤਕ ਤੌਰ ਤੇ ਅਸੀਂ ਗੱਲ ਕਰਦੇ ਹਾਂ, ਥਿਓਰੈਟੀਕਲ। ਹਾਂਜੀ, ਬਾਣੀ ਤਾਂ ਇਹੀ ਕਹਿੰਦੀ ਹੈ ਵੀ ਨਹੀਂ ਜ਼ਾਤ ਪਾਤ ਹੋਣੀ ਚਾਹੀਦੀ। ਜੀ ਬਿਲਕੁਲ, ਮਾਨਸ ਕੀ ਜਾਤ ਸਭੇ ਇੱਕ ਪਛਾਣ ਦੋ। ਹਾਂਜੀ, ਅੱਛਾ, ਇੱਕ ਸਾਡੇ ਸਿਆਲਕੋਟ ਦਾ ਮੁੰਡਾ ਹੁੰਦਾ ਸੀ, ਨਾਲ ਪੜ੍ਹਦਾ, ਉਹ ਬਾਜਵਾ ਸੀ, ਤੇ ਉਹਦੀ ਵਾਈਫ ਐਕਚੁਅਲੀ ਲਾਹੌਰ ਤੋਂ ਸੀ, ਤੇ ਉਹ ਲਾਹੌਰ ਤੋਂ ਤੇ ਉਹ ਚੀਮਾ ਸੀ। ਕਈ ਵਾਰੀ ਉਹਨਾਂ ਨੇ ਦੋਹਾਂ ਜਾਣਿਆਂ ਨੂੰ ਕਹਿੰਦਾ ਵੀ ਚੀਮੇ ਜੱਟ ਚੰਗੇ ਹੁੰਦੇ ਆ ਕਿ ਬਾਜਵੇ ਜੱਟ ਚੰਗੇ ਹੁੰਦੇ ਆ। ਮੈਂ ਉਹਨਾਂ ਨੂੰ ਹੱਸਣ ਲੱਗ ਪਿਆ, ਮੈਂ ਕਿਹਾ ਕਿ ਇਸਲਾਮ ਦੇ ਵਿੱਚ ਵੈਸੇ ਮੈਂ ਵੀ ਥੋੜਾ ਬਹੁਤਾ ਪੜ੍ਹਿਆ ਇਸਲਾਮ, ਵੀ ਇਹਦੇ ਵਿੱਚ ਬਰਾਬਰਤਾ ਦੀ ਗੱਲ ਕੀਤੀ ਹੈ, ਇਹਦੇ ਵਿੱਚ ਜ਼ਾਤ ਪਾਤ ਨਹੀਂ ਹੈ, ਤੇ ਤੁਸੀਂ ਇਹ ਜ਼ਾਤ ਪਾਤ ਦੀਆਂ ਹਮੇਸ਼ਾ ਗੱਲਾਂ ਕਰੀ ਜਾਂਦੇ। ਹਾਂਜੀ, ਤੇ ਉਹਨੇ ਮੈਨੂੰ ਸਵਾਲ ਕੀਤਾ, ਕਹਿੰਦਾ ਤੁਹਾਡੇ ਤਾਂ ਕਿਹੜਾ ਹੈਗਾ ਆ, ਤੁਸੀਂ ਵੀ ਤਾਂ ਕਰਦੇ ਹੀ ਆ। ਮੈਂ ਫਿਰ ਕੀ ਜਵਾਬ ਦੇਵਾਂ ਉਹਦਾ? ਹਾਂਜੀ, ਕਹਿੰਦਾ ਦੂਜੇ ਨੂੰ ਤਾਂ ਦੱਸਣ ਲੱਗਾ, ਸਾਡੇ ਤਾਂ ਬਈ ਸਾਡੇ ਹੈ ਨਹੀਂ, ਤੁਹਾਡੇ ਤੁਸੀਂ ਸਿੱਖਾਂ ਦੇ ਵਿੱਚ ਵੀ ਇਹੀ ਕੁਛ ਹੈ। ਹਾਂਜੀ, ਅਸੀਂ ਥਿਓਰੈਟੀਕਲ ਕਹਿੰਦੇ ਆ ਵੀ ਸਿਧਾਂਤ ਦੇ ਵਿੱਚ, ਸਾਡੀ ਬਾਣੀ ਦੇ ਵਿੱਚ ਹੈ ਨਹੀਂ, ਪਰ ਪ੍ਰੈਕਟਿਸ ਦੇ ਵਿੱਚ ਤੁਸੀਂ ਇੱਥੇ ਨਜ਼ਰ ਮਾਰ ਕੇ ਦੇ ਲਓ, ਇੱਕ ਤਾਂ ਜ਼ਾਤ ਪਾਤ ਦੇ ਬੇਸ ਤੇ ਗੁਰਦੁਆਰੇ ਬਣੇ ਆ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ ਐਸੀ ਜ਼ਾਤ ਦਾ ਬੰਦਾ ਇਸ ਦੇ ਗੁਰਦੁਆਰੇ ਦਾ ਮੈਂਬਰ ਹੋਣਾ ਚਾਹੀਦਾ। ਹਾਂਜੀ, ਉਹਨਾਂ ਨੇ ਤੇ ਫਿਰ ਉਹੀ ਰੌਲਾ ਪਾਉਂਦੇ ਆ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹੀ ਬੰਦਿਆਂ ਨੂੰ ਦੂਜਿਆਂ ਨੂੰ ਦੱਸਦੇ ਕਿ ਸਾਡੇ ਨਾਲ ਵਿਤਕਰਾ ਹੁੰਦਾ। ਹਾਂਜੀ, ਸਭ ਤੋਂ ਪਹਿਲਾਂ ਵਿਤਕਰਾ ਇਹ ਆ ਵੀ ਜਿਹੜੇ ਗੁਰੂ ਸਾਹਿਬਾਨ ਨੇ ਸਿਧਾਂਤ ਦਿੱਤਾ ਆ ਸਭ ਬਰਾਬਰਤਾ ਦਾ, ਜ਼ਾਤ ਪਾਤ ਦੇ ਖਿਲਾਫ, ਤੁਸੀਂ ਜ਼ਾਤ ਦੇ ਨਾਂ ਤੇ ਗੁਰਦੁਆਰਾ ਬਣਾ ਰਹੇ ਆ ਔਰ ਇਹ ਲਿਖ ਰਹੇ ਆ ਆਪਣੇ ਸੰਵਿਧਾਨ ਦੇ ਵਿੱਚ ਕਿ ਕਿਸੇ ਦੂਸਰੀ ਜ਼ਾਤ ਦਾ ਬੰਦਾ ਇਹਦਾ ਐਗਜ਼ੈਕਟਿਵ ਮੈਂਬਰ ਨਹੀਂ ਬਣ ਸਕਦਾ, ਇਹਦਾ ਮੈਂਬਰ ਨਹੀਂ ਬਣ ਸਕਦਾ। ਹਾਂਜੀ, ਅੱਛਾ, ਫਿਰ ਹੈਰਾਨੀ ਦੀ ਗੱਲ ਦੇਖੋ, ਤੁਸੀਂ ਇੱਥੇ ਆ ਕੇ ਮੈਨੂੰ ਪਤਾ ਲੱਗਾ, ਪੰਜਾਬ 'ਚ ਤਾਂ ਇਹ ਗੱਲ ਸੁਣੀ ਨਹੀਂ ਸੀ ਕਦੇ, ਇੱਥੇ ਮਲਵਈਆਂ ਦਾ ਹੋਰ ਗੁਰਦੁਆਰਾ ਹੁੰਦਾ ਸੀ, ਦੁਆਬੇ ਵਾਲਿਆਂ ਦਾ ਹੋਰ ਹੁੰਦਾ ਸੀ। ਸੀਰੀਅਸਲੀ? ਜੀ, ਅਜੇ ਵੀ ਇੱਕ ਗੁਰਦੁਆਰੇ ਤੇ ਸਾਰੇ ਦੇ ਸਾਰੀ ਐਗਜ਼ੈਕਟਿਵ ਮਲਵਈ ਆ, ਉਹ ਕਿਸੇ ਦੁਆਬੀਏ ਨੂੰ, ਕਿਸੇ ਮਾਝੇ ਵਾਲੇ ਨੂੰ ਬਣ ਨਹੀਂ ਦਿੰਦੇ। ਉਹ ਗੁਰਦੁਆਰੇ ਸਰੀ ਚ ਨਹੀਂ। ਪਰ ਦੇਖੋ ਮਤਲਬ ਕਿੰਨੀਆਂ ਵੰਡੀਆਂ ਇਸ ਧਰਮ ਦੇ ਵਿੱਚ ਹੀ ਪਾਈਆਂ। ਇਹ ਅਸੀਂ ਸਿਰਫ ਜ਼ਾਤ ਪਾਤ ਦੀ ਗੱਲ ਕਰਦੇ ਹਾਂ। ਹਾਂਜੀ, ਫਿਰ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਦੀ ਅਸਿਸਟੈਂਸ ਦੇਣੀ ਚਾਹੀਦੀ ਹੈ, ਜਿੱਦਾਂ ਸਿੱਖਾਂ ਦੀ ਕੋਈ ਸੰਸਥਾ ਜਿਹੜੀ ਹੈ SGPC,
ਉਹਨੂੰ ਫਿਕਰ ਹੋਣਾ ਚਾਹੀਦਾ ਕਿ ਸਾਡੇ ਬੱਚੇ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ। ਸਾਡੇ ਵਿੱਚ ਕੁੜੀਆਂ ਮਾਰ ਰਹੇ ਆ। ਤੁਸੀਂ ਦੇਖੋ ਪੰਜਾਬੀ ਲਿਟਰੇਚਰ ਦੇ ਵਿੱਚ, ਤੁਸੀਂ ਬਾਕੀ ਹੋਰ ਲਿਟਰੇਚਰ ਦੇ ਵਿੱਚ ਨਾਲ ਕੰਪੈਰੀਜ਼ਨ ਕਰਕੇ ਦੇਖ ਲਓ, ਸਭ ਤੋਂ ਵੱਧ ਪ੍ਰੇਮ ਕਹਾਣੀਆਂ ਸਾਡੇ ਆ। ਹਾਂਜੀ, ਚਾਹੇ ਉਹ ਹੀਰ ਰਾਂਝੇ ਦੀ ਕਹਾਣੀ ਆ, ਸਾਹਿਬਾਂ ਦੀ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ ਦੀ। ਹਾਂਜੀ, ਉਹਦੇ ਵਿੱਚ ਇੱਕ ਗੱਲ ਕੂਕ ਕੇ ਲੇਖਕਾਂ ਨੇ ਕੀਤੀ ਆ, ਉਹ ਹੈਗੀ ਕਿ ਔਰਤ ਦੀ ਆਜ਼ਾਦੀ ਬਾਰੇ ਗੱਲ ਕੀਤੀ ਉਹਨਾਂ ਨੇ। ਹਾਂਜੀ, ਉਹਨਾਂ ਦੀ ਬਰਾਬਰਤਾ ਬਾਰੇ ਗੱਲ ਕੀਤੀ ਹੈ। ਸਾਡੇ ਰਾਮਾਇਣ ਪੜ੍ਹ ਕੇ ਦੇਖ ਲਓ, ਸੀਤਾ ਜੀ ਨੇ ਸਵੰਬਰ ਰਚਿਆ ਨਾ ਉਹਨਾਂ ਨੇ। ਹਾਂਜੀ, ਉਹਨਾਂ ਨੇ ਆਪਣਾ ਆਪ ਚੁਣਿਆ ਪਤੀ ਜੀ, ਮਤਲਬ ਉਹਨਾਂ ਤੇ ਠੋਸਿਆ ਨਹੀਂ। ਹਾਂਜੀ, ਫੇਰ ਦੇਖੋ ਤੁਸੀਂ, ਅਸੀਂ ਇੱਕ ਧਰਮ ਹੈ ਜਿਹੜੇ ਪੂਜਦੇ ਆ ਮਾਂ ਦੁਰਗਾ ਨੂੰ, ਮਾਂ ਸਰਸਵਤੀ ਨੂੰ, ਮਾਂ ਲక్ష్ਮੀ ਨੂੰ। ਹਾਂਜੀ, ਕਿਸੇ ਧਰਮ ਦੇ ਵਿੱਚ ਹੈ ਕੋਈ ਔਰਤ ਰੱਬ ਹੋਵੇ? ਨਹੀਂ। ਅੱਛਾ, ਉੱਥੇ ਪਰ ਪ੍ਰੈਕਟੀਕਲ ਤੇ ਪ੍ਰੈਕਟਿਸ ਦੇ ਵਿੱਚ ਕੀ ਕਰਦੇ ਹਾਂ ਅਸੀਂ? ਤੁਸੀਂ ਮਾਂ ਦੁਰਗਾ ਦੇ ਤਾਂ ਜਾਉਂਦੇ ਆ। ਹਾਂਜੀ, ਮਾਂ ਸਰਸਵਤੀ ਨੂੰ ਰੱਖਿਆ ਹੈ ਘਰ ਦੇ ਵਿੱਚ, ਤੇ ਉਹ ਮਾਂ ਸਰਸਵਤੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰੀ ਜਾਂਦੇ ਆ। ਹਾਂਜੀ, ਇਹ ਮਤਲਬ ਕਹਿਣੀ ਹੋਰ ਤਾਂ ਕਥਨੀ ਹੋਰ। ਹਾਂਜੀ, ਇਹਦੇ ਵਿੱਚ ਅੰਤਰ ਆ। ਇਹਦੇ ਬਾਰੇ ਵੀ ਜਥੇਦਾਰ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਜੀ, ਕਿ ਸਭ ਤੋਂ ਵੱਧ ਇੱਕ ਸਿੱਖੀਜ਼ਮ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਜਾਨ। ਹਰ ਇੱਕ ਸਿੱਖ ਨੇ ਜਿੱਦਾਂ ਇਹਨੂੰ ਤੋਤੇ ਵਾਂਗੂ ਰਟਕਾਇਆ ਪਿਆ। ਹਾਂਜੀ, ਸਾਰੇ ਬੋਲ, ਜੇ ਮਾੜੀ ਜੀ ਗੱਲ ਕਰੋਗੇ ਨਾ ਔਰਤਾਂ ਬਾਰੇ, ਇਹ ਜ਼ਰੂਰ ਤੁਹਾਨੂੰ ਕਹਿਣਗੇ। ਹਾਂਜੀ, ਬਿਲਕੁਲ। ਤੇ ਹਾਲਾਤ ਦੇਖ ਲਓ ਉੱਥੇ ਕੀ ਹੋ ਰਿਹਾ, ਉੱਥੇ ਸਾਰੀਆਂ ਚੀਜ਼ਾਂ ਦੇਖੋ, ਤੇ ਫੇਰ ਦੇਖੋ ਵੀ ਜੇ ਝੂਠ ਬੋਲਣਾ, ਫਿਰ ਇਹ ਤਾਂ ਦੂਜੀਆਂ ਆ ਜਾਂਦੀਆਂ ਨਾ ਆਤਮਿਕ ਗੱਲਾਂ ਸਾਡੀਆਂ। ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਅਸੀਂ ਉਂਗਲੀ ਰੱਖ ਸਕਦੇ ਹਾਂ ਜਿਹੜੀਆਂ ਅਸੀਂ ਸਿੱਖਦੇ ਹਾਂ ਬਾਣੀ ਤੋਂ, ਪਰ ਅਮਲ ਦੇ ਵਿੱਚ ਉਹ ਹੈ ਹੀ ਨਹੀਂ। ਹਾਂਜੀ, ਕੋਈ ਨਹੀਂ ਚੀਜ਼ ਸਾਡੇ ਅਮਲ ਦੇ ਵਿੱਚ। ਕਹਿਣੀ ਤੇ ਕਰਨੀ 'ਚ ਫਰਕ ਹੈ। ਕਹਿਣੀ ਤੇ ਕਥਨੀ ਦੇ ਵਿੱਚ, ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ। ਹਾਂਜੀ, ਤੇ ਉਹਦੇ ਵਿੱਚ ਆਪਣੇ ਪੀੜੇ ਦੇ ਥੱਲੇ ਮੈਂ ਅੱਗੇ ਵੀ ਕਿਹਾ ਵੀ ਸੋਟਾ ਫੇਰ ਕੇ ਦੇਖਣਾ ਚਾਹੀਦਾ ਜਥੇਦਾਰ ਨੂੰ। ਜਥੇਦਾਰ ਨੂੰ ਤਾਂ ਵੱਡਾ ਸੋਟਾ ਚਾਹੀਦਾ, ਕਿਉਂਕਿ ਹਮੇਸ਼ਾ ਹੀ ਉਹ ਤੀਜੇ ਇੱਕ ਦਿਨ ਕੋਈ ਨਾ ਕੋਈ ਵਾਦ ਵਿਵਾਦ ਵਾਲੀ ਗੱਲ ਕਰ ਦਿੰਦੇ ਆ। ਉਹਦੇ ਪਿੱਛੇ ਜਾਂ ਤਾਂ ਚੱਜ ਨਾ ਬੋਲਣ, ਨਿਧੜਕ ਹੋ ਕੇ ਬੋਲਣ, ਕੋਈ ਗੱਲ ਨਹੀਂ ਜਥੇਦਾਰ ਜਾਂਦੀ ਲੱਗੇ, ਬੰਦਾ ਬੋਲਦਾ ਤਾਂ ਹੈ ਚੱਜ ਨਾਲ। ਹਾਂਜੀ, ਗੱਲ ਤਾਂ ਕਰਦਾ, ਮਿਸਾਲ ਤਾਂ ਬਣ ਜਵੇ, ਇੱਕ ਪੈਦਾ ਹੋ ਜਵੇ ਦੁਨੀਆ ਤੇ ਵੀ ਇਹ ਬੰਦਾ ਬੋਲਿਆ ਸੀ। ਹਾਂਜੀ, ਇਹਨੇ ਆਵਾਜ਼ ਉਠਾਈ ਸੀ, ਹਿੱਕ ਠੋਕ ਕੇ ਬੋਲਿਆ ਸੀ ਜੀ, ਮਿਸਾਲ ਬਣ। ਪਰ ਉਹ ਬੋਲਣਾ ਤਾਂ ਬਾਦਲ ਸਾਹਿਬ ਨੂੰ ਪਹਿਲਾਂ ਫੋਨ ਕਰਨਾ ਵੀ ਮੈਂ ਆਹ ਗੱਲ ਕਹਿ ਦੇਵਾਂ। ਜੇ ਉਹਨਾਂ ਤੋਂ ਪੁੱਛੇ ਤੋਂ ਬਿਨਾਂ ਗੱਲ ਕੀਤੀ ਤਾਂ ਫੇਰ ਉਹਨਾਂ ਨੇ ਜਥੇਦਾਰ ਨਹੀਂ ਰਹਿਣਾ। ਐਕਟਿੰਗ ਜਥੇਦਾਰ ਆ। ਹਾਂਜੀ, ਐਕਟਿੰਗ ਹੀ ਜਥੇਦਾਰ ਲਾਈ ਰੱਖਦੇ ਕਿੰਨਾ ਚਿਰ, ਉਹਨੂੰ ਪੱਕਾ ਹੀ ਨਹੀਂ ਕਰਦੇ। ਜਿੱਦਾਂ ਅਧਿਆਪਕਾਂ ਨੂੰ ਨਹੀਂ ਪੱਕੇ ਕਰਦੇ ਨਾ, ਇਸੇ ਤਰ੍ਹਾਂ ਹੀ ਜਥੇਦਾਰਾਂ ਨੂੰ ਬਹੁਤ ਐਕਟਿੰਗ ਜਥੇਦਾਰ ਰੱਖੀ ਜਾਂਦੇ ਆ। ਇਹਦਾ ਮਤਲਬ ਹੁੰਦਾ ਵੀ ਬਾਦਲ ਸਾਹਿਬ ਨੇ ਜੇਬ 'ਚ 2 ਹੋਰ ਪਾ ਕੇ ਰੱਖੇ ਆ ਜੀ, ਵੀ ਜਿੱਦਣ ਇਹ ਔਖੇ ਹੋਏ ਉਦਣ ਹੀ ਕਿਸੇ ਹੋਰ ਦਾ ਨਾਂ ਕੱਢ ਕੇ ਬਿਠਾ ਦਿਆਂਗੇ ਉਹਨੂੰ। ਹਾਂਜੀ, ਤੋ ਪਹਿਲਾਂ ਆਪਣੇ ਆਪ ਤੇ ਨਜ਼ਰ ਮਾਰਨ, ਆਪਣਾ ਮੂੰਹ ਸ਼ੀਸ਼ੇ 'ਚ ਦੇਖਣ ਵੀ ਸਾਡੇ ਵਿੱਚ ਕਿਹੜੀਆਂ ਕਮੀਆਂ ਪੇਸ਼ੀਆਂ ਆ ਜੀ, ਜਿਹੜੀਆਂ ਸਾਡੇ ਹੀ ਬੰਦੇ ਸਾਨੂੰ ਛੱਡ ਕੇ ਈਸਾਈ ਧਰਮ ਦਾ ਜਾ ਰਹੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਸੈਲਫ ਐਨਾਲਿਸਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਤੱਕ ਕਾਰਨ ਨਹੀਂ ਪਤਾ ਹੋਣਗੇ ਤੁਸੀਂ ਸੋਲੂਸ਼ਨ ਕਿਵੇਂ ਕਰ ਸਕਦੇ ਹੋ ਉਦੋਂ ਤੱਕ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਹੁਣ ਖਬਰਾਂ ਵੱਲ। ਵੈਸੇ ਜਦੋਂ ਕੋਈ ਵੀ ਆਫਤ ਆਉਂਦੀ ਆ ਤਾਂ ਜਿਹੜੇ ਕੁਝ ਲੋਕ ਹੁੰਦੇ ਆ ਉਹ ਤਾਂ ਮਦਦ ਲਈ ਅੱਗੇ ਆ ਜਾਂਦੇ ਆ, ਤੇ ਜਿਹੜੇ ਕੁਝ ਲੋਕ ਹੁੰਦੇ ਆ ਉਹ ਉਸ ਮੌਕੇ ਦਾ ਜਿਹੜਾ ਹੈਗਾ ਫਾਇਦਾ ਉਠਾ ਲੈਂਦੇ ਆ। ਹੁਣ ਆਕਸਫੈਮ ਇੰਟਰਨੈਸ਼ਨਲ ਨੇ ਇੱਕ ਆਪਣੀ ਰਿਪੋਰਟ ਜਿਹੜੀ ਹੈਗੀ ਆ ਉਹ ਪਬਲਿਸ਼ ਕੀਤੀ ਆ। ਉਹਦੇ ਅਨੁਸਾਰ ਪੈਂਡੈਮਿਕ ਦੇ ਦੌਰਾਨ 62 ਨਵੇਂ ਫੂਡ ਬਿਲੀਅਨਰ ਪੈਦਾ ਹੋਏ ਆ। ਇੱਕ ਪਾਸੇ ਲੋਕੀ ਰੌਲਾ ਪਾ ਰਹੇ ਕਿ ਕੀਮਤਾਂ ਵਧੀ ਜਾਂਦੀਆਂ ਨੇ, ਇਨਫਲੇਸ਼ਨ ਰੇਟ ਅਪ ਆ, ਤੇ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਕਿ ਫੂਡ ਇੰਡਸਟਰੀ ਦੇ ਵਿੱਚ 62 ਨਵੇਂ ਜਿਹੜੇ ਹੈਗੇ ਬਿਲੀਅਨਰ ਉਹ ਸਾਹਮਣੇ ਆਏ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਰਿਪੋਰਟ ਨੂੰ? ਦੇਖੋ ਜੀ, ਪੈਂਡੈਮਿਕ ਦੇ ਦੌਰਾਨ ਪਿਛਲੇ 2 ਸਾਲਾਂ ਦੇ ਵਿੱਚ 2 ਚੀਜ਼ਾਂ ਦੀਆਂ ਕੀਮਤਾਂ ਅਸਮਾਨੀ ਛੂਹੀਆਂ। ਉਹ ਹੈਗੀ ਹੈ ਇੱਕ ਤਾਂ ਘਰਾਂ ਦੀਆਂ, ਹਾਂਜੀ, ਦੂਸਰਾ ਹੈਗਾ ਗਰੋਸਰੀ ਦੀਆਂ।
ਤੁਸੀਂ 62 ਬਿਲੀਅਨਰ ਜਿਹੜੇ ਪੈਦਾ ਹੋਏ ਆ ਉਹ ਇਸ ਕਰਕੇ ਹੋਏ ਆ ਕਿ ਦੇਖੋ ਗਰੋਸਰੀ ਦੇ ਵਿੱਚ ਪਹਿਲਾਂ ਤੇ ਗੱਲ ਮੋਨੋਪੋਲੀ ਬਹੁਤ ਹੈ। ਅੱਗੇ ਤਾਂ ਹੁੰਦੇ ਨੇ ਛੋਟੇ ਛੋਟੇ ਸਟੋਰ ਵੀ, ਉੱਥੋਂ ਤੁਹਾਨੂੰ ਗਰੋਸਰੀ ਮਿਲਦੀ ਸੀ। ਹੁਣ ਜਿਹੜੇ ਜਿੱਦਾਂ ਵਾਲਮਾਰਟ ਹੋਇਆ, ਕੋਸਟਕੋ ਹੋਈ, ਇਹ ਕੁਛ ਹੈ ਨਾਂ ਲੈ ਲੈਣੇ ਤੁਸੀਂ। ਕੈਨੇਡਾ ਦੇ ਵਿੱਚ ਲੋਬਲਾ, ਇੱਥੇ ਤਾਂ ਹੈ ਨਹੀਂਗਾ ਉਹ, ਕੰਟੇਰੀਓ ਤਾਂ ਕਿਬੈਕ ਦੇ ਵਿੱਚ ਆ ਉਹ ਲੋਬਲਾਸ ਜਿਹੜੇ, ਉਹ ਸਭ ਤੋਂ ਵੱਡੇ ਆ ਇੱਥੇ ਕੈਨੇਡਾ ਦੇ ਵਿੱਚ। ਸੇਵਨ ਫੂਡ ਇੱਥੇ ਵੈਸਟਰਨ ਕੈਨੇਡਾ ਦਾ ਸਭ ਤੋਂ ਵੱਡਾ ਹੈ। ਕੁਛ ਇੱਕ ਸਟੋਰਸ ਆ। ਜਦੋਂ ਕੰਪੀਟੀਸ਼ਨ ਖਤਮ ਹੋ ਗਿਆ ਨਾ, ਫਿਰ ਉਹ ਪ੍ਰਾਈਸਿਸ ਜਿਹੜੀਆਂ ਮਰਜ਼ੀ ਲਾਉਂਦੇ ਆ। ਤੇ ਫਿਰ ਤੁਸੀਂ ਦੇਖੋ ਰੈਸਟੋਰੈਂਟ ਦੇ ਵਿੱਚ ਜਾ ਕੇ ਵੀ ਯਕੀਨ ਨਹੀਂ ਆਉਂਦਾ ਕਿ ਆਹ ਹੀ ਬੰਦੇ ਜਿਹੜੀ ਆਈਟਮ ਤੁਸੀਂ ਅੱਜ ਤੋਂ 2 ਸਾਲ ਪਹਿਲਾਂ $13-15 ਦਿੰਦੇ ਸੀ, ਹੁਣ $30 ਦੇਣ ਲੱਗੇ ਆ। ਡਬਲ ਹੋਈ ਆ ਉਹਨਾਂ ਦੀ ਪ੍ਰਾਈਸ। ਹਾਂਜੀ, ਇਹਨਾਂ ਨੇ ਸ਼ੈੱਲ ਜ਼ਿਆਦਾ ਹੀ ਲਾਉਣੀ ਸ਼ੁਰੂ ਕਰਤੀ ਕਿਉਂਕਿ ਪੈਂਡੈਮਿਕ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਡਿਲੀਵਰੀ ਦਾ ਇੰਤਜ਼ਾਮ ਕਰ ਲਿਆ ਨਾ, ਉਹਨਾਂ ਦੀ ਚਾਂਦੀ ਹੋ ਗਈ। ਹਾਂਜੀ, ਬਹੁਤ ਲੋਕੀ ਬੈਠੇ ਘਰਾਂ ਦੇ ਵਿੱਚ, ਹੁਣ ਤੁਸੀਂ ਕਿਸੇ ਬੈਠੇ ਆ ਤਾਂ ਤੁਸੀਂ ਮੰਗਾ ਲਿਆ ਖਾਣ ਲਈ, ਤਾਂ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਯਕੀਨ ਨਹੀਂ ਆਉਂਦਾ ਕਿੰਨਾ ਵਾਧਾ ਹੋਇਆ। ਹਾਂਜੀ, ਹੁਣ ਨਾਰਮਲੀ ਕਹਿੰਦੇ ਹੁੰਦੇ ਆ ਇਕਨੋਮਿਸਟ ਕਿ 10%, ਉਹ ਥੋੜਾ ਵਧਾਉਂਦੇ ਰਹਿੰਦੇ ਨਾ ਕਿਉਂਕਿ ਇਨਫਲੇਸ਼ਨ ਦੇ ਨਾਲ ਉਹਨਾਂ ਦੀਆਂ ਥਿਊਰੀਜ਼ ਵੀ ਵਧ ਰਹੀਆਂ ਨੇ। ਹਾਂਜੀ, ਕੋਈ ਆਮ ਫੈਮਿਲੀ 10% ਆਪਣੀ ਇਨਕਮ ਦਾ ਗਰੋਸਰੀਜ਼ ਤੇ ਖਰਚ ਕਰਦੀ ਹੈ, ਜਿਹੜਾ ਖਾਣਾ ਖਾਣ ਤੇ ਅੱਜ ਕੱਲ ਕੈਨੇਡਾ ਦੇ ਵਿੱਚ ਹੁਣ ਕਹਿੰਦੇ ਆ ਕਿ 12% ਕੋਈ ਫੈਮਲੀਜ਼ ਖਰਚ ਕਰਦੀਆਂ ਨੇ ਖਾਣ ਪੀਣ ਦੀਆਂ ਆਈਟਮਸ ਤੇ। ਇਹਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ, ਖਾਸ ਤੌਰ ਤੇ ਗਰੋਸਰੀਜ਼ ਤੇ ਰੈਸਟੋਰੈਂਟ ਦੇ ਵਿੱਚ। ਜੋ ਕੁਝ ਦੇਖੋ ਡਾਕਟਰ ਸਾਹਿਬ, ਕੀਮਤਾਂ 'ਚ ਵਾਧਾ ਹੋ ਰਿਹਾ ਤੇ ਕੁਆਂਟੀਟੀ ਜਿਹੜੀ ਆ ਉਹ ਘਟ ਰਹੀ ਆ। ਇਹ ਤਰੀਕਾ ਹੈ ਨਾ ਮਾਰਕੀਟਿੰਗ ਕਰਨ ਦਾ। ਮੈਂ ਤੁਹਾਨੂੰ ਦੱਸਾਂ, ਮੈਂ ਬਲੂਬੇਰੀਜ਼ ਲੈ ਕੇ ਖਾਂਦਾ ਹੁੰਦਾ। ਉਹ ਪਹਿਲਾਂ ਵੱਡਾ ਕੰਟੇਨਰ ਹੁੰਦਾ ਸੀ, ਉਹਨੇ ਦਾ ਉਹ ਹੁੰਦਾ ਸੀ। ਹੁਣ ਉਹਨਾਂ ਨੇ ਤਕਰੀਬਨ ਨੂੰ ਅੱਧਾ ਹੀ ਕਰ ਦਿੱਤਾ। ਹਾਂਜੀ, ਤੇ ਕੀਮਤ ਉਨੀ ਹੈ ਵੈਸੇ, ਤੇ ਉਹ ਬਿਲਕੁਲ ਛੋਟੇ ਛੋਟੇ ਕੰਟੇਨਰ ਆ, ਤੇ ਉਹਦੇ ਵਿੱਚ ਉਹ ਮਾਰਕੀਟਿੰਗ ਸਟ੍ਰੈਟਜੀ ਆ। ਅਗਲਾ ਬੰਦਾ ਜਾਂਦਾ ਉਹ ਕੰਟੇਨਰ ਚੱਕ ਲੈਂਦਾ। ਪਹਿਲਾਂ ਕੰਟੇਨਰ ਜ਼ਿਆਦਾ ਹੁੰਦੀ ਸੀ, ਹੁਣ ਘੱਟ ਆ। ਹਾਂਜੀ, ਤੇ ਤਰੀਕੇ ਨਾਲ ਇੱਕ ਦਿਨ ਅਸੀਂ ਇਹ ਵੀ ਗੱਲ ਕਰਾਂਗੇ। ਔਰ ਦੂਸਰੀ ਵੀ ਇਹ ਸਕੈਮ ਜਿਹੜੇ ਹੁਣ ਜਿੱਦਾਂ 999 ਦੀ ਚੀਜ਼ ਹੈ। ਹਾਂਜੀ, ਇਹ ਇੱਕ ਸਕੈਮ ਆ। ਵੈਸੇ ਤੁਸੀਂ $10 ਹੀ ਕਿਉਂ ਨਹੀਂ ਕਹਿੰਦੇ? 999 ਆਈ ਤਾਂ ਲੱਗਦਾ ਕਿ $9 ਇਹ ਪੂਰੇ 10 ਨਹੀਂ ਹੈ ਨਾ। ਹਾਂਜੀ, $10 ਦਾ ਇਹ ਡੈਫੀਨਿਟ ਹੋ ਗਿਆ $10। 999 ਦਾ ਕੀ 1 ਸੈਂਟ ਨਾਲ ਤੁਸੀਂ ਕੀ ਲੈ ਆਉਨੇ ਆ? 2 ਕਾਰਾਂ ਮਿਲ ਜਾਂਦੀਆਂ। ਵੈਸੇ ਨਾ ਡਾਕਟਰ ਸਾਹਿਬ, ਤੁਸੀਂ ਜਿਵੇਂ ਕਿਹਾ ਕਿ ਮਾਰਕੀਟਿੰਗ ਸਟ੍ਰੈਟਜੀ ਆ, ਤੁਸੀਂ ਦੇਖਿਓ ਵੀ ਆਪਣੀ ਜਿਹੜੇ ਲੋਕ ਕੋਈ ਵੀ ਦੇਖਦੇ, ਜਦੋਂ ਪ੍ਰਾਈਸ ਦੇਖਦੇ 999 ਆ, ਉਹਨਾਂ ਨੂੰ ਅਟਰੈਕਟ ਕਰਦੇ 999 ਦੀ ਹੋਈ ਆ। ਉਹ ਇਹ ਨਹੀਂ ਦੇਖਦੇ ਹੈਗੇ ਕਿੰਨਾ ਥੋੜਾ ਜਿਹਾ ਫਰਕ ਹੈਗਾ ਕਿ $10 ਨੂੰ ਉਹਨਾਂ ਨੂੰ ਲੱਗਦਾ ਕਿ ਪ੍ਰਾਈਸ ਬਹੁਤ ਜ਼ਿਆਦਾ, 999 ਨੂੰ ਸੋਚਦੇ ਨਹੀਂ ਠੀਕ ਹੀ ਆ। ਇਹ ਤੇ ਵੈਸੇ ਉਦੋਂ ਮਾਰਕੀਟਿੰਗ ਤਾਂ ਨਹੀਂ ਹੁੰਦੀ ਸੀ। ਇੰਡੀਅਨ ਜਿਹੜਾ ਕਨਸੈਪਟ ਹੈ ਨਾ ਇਨਫਿਨਿਟੀ ਦਾ, ਵੀ ਚੀਜ਼ ਕਦੇ ਖਤਮ ਨਹੀਂ ਹੁੰਦੀ। ਇਹ ਬੜਾ ਸਾਡਾ ਪੁਰਾਣੇ ਸਿਧਾਂਤ ਦੀ ਗੱਲ ਹੈ। ਹਿੰਦੁਸਤਾਨ ਦੇ ਵਿੱਚ ਵੇਦਾਸ ਪੜ੍ਹ ਕੇ ਦੇਖ ਲਓ, ਤੁਸੀਂ ਪੁਰਾਣਾਸ ਪੜ੍ਹ ਕੇ ਦੇਖ ਲਓ, ਇਹੀ ਆ ਕਿ ਕਦੇ ਵੀ ਕੋਈ ਚੀਜ਼ ਮੁੱਕਦੀ ਨਹੀਂ। ਜਦੋਂ ਤੁਸੀਂ ਸੋਚਿਆ ਕਦੇ ਇੰਡੀਅਨ 11 ਰੁਪਏ ਕਿਉਂ ਦਿੰਦੇ ਆ, 21 ਰੁਪਏ ਕਿਉਂ ਦਿੰਦੇ ਆ, 51 ਕਿਉਂ ਦਿੰਦੇ ਆ? ਇਹ ਡੈਫੀਨਿਟ ਨੰਬਰ ਨਹੀਂ। ਜੇ 50 ਦੇਣ ਤਾਂ ਡੈਫੀਨਿਟ ਨੰਬਰ ਹੈ। ਹਾਂਜੀ, 51 ਦਿੰਦੇ ਆ ਕਿ ਅਸੀਂ ਤੁਹਾਨੂੰ ਹੋਰ ਵੀ ਦੇਣਾ ਚਾਹੁੰਦੇ। ਇਹਦਾ ਮਤਲਬ ਹੁੰਦਾ ਹੈ ਵੀ ਇਹ ਕੋਈ 51 ਤਾਂ ਤੁਹਾਨੂੰ ਪਾ ਰਹੇ ਆ, ਵੈਸੇ ਸਾਡੀ ਤਮੰਨਾ ਤਾਂ ਇਹ ਆ ਵੀ ਇਦੋਂ ਵੀ ਜ਼ਿਆਦਾ ਦੇ ਦੀ। ਜੇ ਤੁਸੀਂ 50 ਹੀ ਦਿਓਗੇ ਤਾਂ ਫਿਰ ਡੈਫੀਨਿਟ ਨੰਬਰ ਬਣ ਜਾਂਦਾ, ਅਸੀਂ ਇੰਨੇ ਹੀ ਦੇਣੇ। ਸਾਡੇ ਉਹ ਪੁਰਾਣਾ ਕਨਸੈਪਟ ਜਿਹੜਾ ਹੈ ਉਹ ਇਹਨਾਂ ਨੇ ਮਾਰਕੀਟਿੰਗ ਲਈ ਯੂਜ਼ ਕਰ ਲਿਆ। ਹਾਂਜੀ, 999 1399। ਹਾਂਜੀ, ਉਹ 14 ਨਹੀਂ, ਕਿਉਂਕਿ ਡੈਫੀਨਿਟ ਨਹੀਂ ਕਹਿਣਗੇ ਨੰਬਰ, ਉਹੀ ਕੰਟੀਨਿਊਸਲੀ ਕਹਿਣਗੇ 99 ਵਾਲਾ ਸੈਂਟ ਵਾਲਾ। ਸੋ ਜਿਹੜੇ ਜ਼ਿਆਦਾ ਬਿਲੀਅਨਰ ਇਸ ਗੱਲ ਤੇ ਪੈਦਾ ਹੋਏ ਆ, ਹੁਣ ਜਿਹੜੀ ਵਾਰ ਲੱਗੀ ਆ ਸਾਰਿਆਂ ਨੂੰ ਪਤਾ ਆ, ਪਰ ਇਹਨਾਂ ਦਾ ਵੱਡਾ ਏਮ ਇਹ ਆ ਵੀ ਰਸ਼ੀਆ ਵੀਕ ਹੋ ਜਾਵੇ ਕਿਸੇ ਤਰੀਕੇ ਨਾਲ, ਸਾਡੀ ਸਰਦਾਰੀ ਅਮਰੀਕਾ ਦੀ ਰਵੇ। ਹਾਂਜੀ, ਇਹ ਕਦੇ ਹੋਇਆ ਨਹੀਂ, ਨਾ ਕਦੇ ਇਤਿਹਾਸ ਦੇ ਵਿੱਚ ਹੋਇਆ ਤੇ ਨਾ ਹੀ ਹੋਣਾ ਹੈ। ਇਤਿਹਾਸ ਦੇ ਵਿੱਚ ਤੁਸੀਂ ਪੜ੍ਹ ਕੇ ਦੇਖੋ, ਕਦੇ ਵੀ ਕੋਈ ਇੱਕ ਸੁਪਰ ਪਾਵਰ ਨਹੀਂ ਰਹੀ। ਸੁਪਰ ਪਾਵਰਸ ਹਮੇਸ਼ਾ ਹੀ ਬਦਲਦੀਆਂ ਰਹੀਆਂ। ਹਾਂਜੀ,
ਕਦੇ ਕੋਈ ਪੋਰਚੁਗਲ ਵਾਲੇ ਸੀ, ਸਪੇਨ ਵਾਲੇ ਸੀ, ਚਾਈਨਾ ਵਾਲੇ ਸੀ, ਇੰਡੀਆ ਇੱਕ ਦਿਨ ਪਾਵਰ ਹੁੰਦੀ ਸੀ, ਇੰਗਲੈਂਡ ਪਾਵਰ ਹੁੰਦੀ ਸੀ, ਫਰਾਂਸ ਪਾਵਰ ਹੁੰਦੀ ਸੀ, ਜਰਮਨੀ ਵਾਲੇ ਪਾਵਰ ਹੁੰਦੇ ਸੀ। ਇਸੇ ਤਰ੍ਹਾਂ ਇਹ ਇਤਿਹਾਸ ਨੂੰ ਇਤਿਹਾਸ ਇਹੀ ਤਾਂ ਪੜ੍ਹਾਉਂਦੇ ਆ ਜ਼ਿਆਦਾ, ਇਹਨਾਂ ਦੇ ਜ਼ਿਆਦਾ ਯੂਨੀਵਰਸਿਟੀਜ਼। ਇੰਨਾ ਤਾਂ ਸਮਝ ਲੈਣੀ ਚਾਹੀਦੀ ਕਿ ਇਹ ਜਿਹੜੀ ਮਨ ਦੀ ਤਮੰਨਾ ਪੂਰੀ ਨਹੀਂ ਹੋਣੀ ਕਿ ਰਸ਼ੀਆ ਨੇ ਮਰ ਜਾਣਾ। ਹਾਂਜੀ, ਕਹਿੰਦੇ ਹੁੰਦੇ ਆ ਵੀ ਕਾਵਾਂ ਦੇ ਕਿਸੇ ਢੱਗੇ ਨਹੀਂ ਮਰਦੇ। ਜੀ ਜੀ ਡਾਕਟਰ ਸਾਹਿਬ ਬਿਲਕੁਲ ਸਹੀ। ਉਹਦੇ ਨਾਲ ਤੁਹਾਨੂੰ ਵੀ ਨੁਕਸਾਨ ਹੋ ਰਿਹਾ। ਉਹ ਜਿਹੜੀ ਵਾਰ ਚੱਲ ਰਹੀ ਆ ਸਾਰੀ ਦੁਨੀਆ ਦੇ ਵਿੱਚ ਨੁਕਸਾਨ ਹੁੰਦਾ ਹੈ। ਹਾਂਜੀ, ਔਰ ਦੇਖੋ ਇਹਨਾਂ ਨੂੰ ਬੇਪਰਵਾਹੀ ਦੇ ਨਾਲ ਸਪੋਰਟ ਕਰ ਰਹੇ ਆ ਯੂਕਰੇਨ ਦੀ। ਹੁਣ ਥੋੜਾ ਜਿਹਾ ਲੱਗੇ ਆ, ਥੋੜੇ ਜਿਹੜੇ ਯੂਰਪੀਅਨ ਕੰਟਰੀਜ਼ ਦੇ ਵਿੱਚ ਨਾ ਥੋੜੀ ਸੈਂਸੀਬਲ ਲੋਕ ਗੱਲਾਂ ਕਰਨ ਲੱਗੇ ਆ ਵੀ ਇਹਨਾਂ ਦੀ ਲੜਾਈ ਬੰਦ ਕਰਾਓ। ਇਸ ਹਿਸਾਬ ਨਾਲ ਤਾਂ ਜਿਸ ਹਿਸਾਬ ਨਾਲ ਇਨਫਲੇਸ਼ਨ ਜਾ ਰਿਹਾ ਸਾਨੂੰ ਤਾਂ ਲੋਕਾਂ ਨੂੰ ਖਾਣਾ ਮੁਸ਼ਕਲ ਹੋ ਜਾਣਾ। ਹਾਂਜੀ, ਸੋ ਖਾਣੇ ਦਾ ਵੈਸੇ ਵੀ ਸੰਬੰਧ ਹੈਗਾ ਹੈ ਕਿ ਮੋਨੋਪੋਲੀਜ਼ ਜ਼ਿਆਦਾ ਆ ਗਈਆਂ, ਕੀਮਤਾਂ ਵਧ ਰਹੀਆਂ, ਤੇ ਇਹ ਜਿਹੜੀ ਲੜਾਈ ਆ ਇਹਨੇ ਹੋਰ ਤਾਂ ਚੱਕਰਤ। ਹਾਂਜੀ, ਤੇ ਇੱਕ ਵੈਸੇ ਬਹਾਨਾ ਵੀ ਬਣ ਗਿਆ। ਜਿਹੜਾ ਕੋਈ ਰੈਸਟੋਰੈਂਟ ਵਾਲਾ ਨਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਲੋਕੀ ਘਰਾਂ 'ਚ ਬੈਠ ਕੇ ਮੰਗਾਉਂਦੇ ਆ। ਜੇ ਉਹ ਕੋਈ 25 ਨੂੰ ਤੁਸੀਂ ਮੰਗਾਉਂਦੇ ਸੀ, ਉਹ 30 ਦਾ ਹੋ ਗਿਆ ਨਾ, ਤੁਹਾਨੂੰ ਲੱਗਦਾ ਬਹੁਤਾ ਫਰਕ ਨਹੀਂ ਪਿਆ, ਕੋਈ ਗੱਲ ਨਹੀਂ $5 ਹੀ ਹੈ। ਹਾਂਜੀ, ਤੇ ਲੋਕੀ ਮੰਗਾਈ ਜਾਂਦੇ। ਤੇ ਜਿੰਨਾ ਚਿਰ ਸਹਿੰਦਾ ਉਹ ਸਹਿੰਦੇ ਆ ਲੋਕੀ, ਉਹਨਾਂ ਚਿਰ ਹੀ ਉਹ ਚਾਰਜ ਕਰਦੇ ਆ। ਹਾਂਜੀ, ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਸੀ, ਬਿਜ਼ਨਸ ਐਡਮਿਨਿਸਟ੍ਰੇਸ਼ਨ ਪੜ੍ਹਾਉਂਦਾ ਹੁੰਦਾ ਸੀ। ਉਹ ਕਹਿੰਦਾ ਉਹਦੇ ਫਾਦਰ ਦੀ ਗੱਲ ਕਰਦਾ ਹੁੰਦਾ, ਕਹਿੰਦਾ ਮੇਰਾ ਫਾਦਰ ਕਹਿੰਦਾ ਹੁੰਦਾ ਸੀ ਕਿ ਪੈਸੇ ਲਓ ਉਨੇ ਲਓ ਜਿੰਨਾ ਵੀ ਲੋਕੀ ਤੁਹਾਨੂੰ ਦੇ ਸਕਦੇ ਆ, ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰੋ। ਕਹਿੰਦਾ ਲੋਕਾਂ ਤੋਂ ਤੁਸੀਂ ਘੱਟ ਲਾਓਗੇ ਤਾਂ ਉਹਨਾਂ ਨੇ ਘੱਟ ਹੀ ਦੇਣੇ ਆ। ਹਾਂਜੀ, ਵੱਧ ਲਾਓਗੇ ਤਾਂ ਵੱਧ ਦੇਣੇ ਆ। ਹਾਂਜੀ, ਸੋ ਇੰਨੇ ਵੱਧ ਲਾਓ ਵੀ ਜਿੰਨੇ ਉਹਨਾਂ ਦਾ ਤੱਕ ਨਾ ਟੁੱਟੇ, ਬਸ ਆਰਾਮ ਨਾਲ ਦੇ ਸਕਣ। ਆਰਾਮ ਨਾਲ ਹੋ ਸਕਦਾ ਬਾਰੋ ਕਰਕੇ ਦੇਣ, ਪਰ ਦੇ ਦੇਣ ਤੁਹਾਨੂੰ। ਇਹ ਰੈਸਟੋਰੈਂਟ ਇੰਡਸਟਰੀ ਨੇ ਹੁਣ ਇਹੀ ਸਲੋਗਨ ਲਿਆ ਆ ਵੀ ਲੋਕਾਂ ਦੀ ਛਿੱਲ ਲਾਓ ਜਿੰਨੀ ਵੀ ਲਾਹ ਹੁੰਦੀ ਹੈ। ਇਹ ਉਹ ਪੈਂਡੈਮਿਕ ਦੇ ਦੌਰਾਨ ਇਹ ਰੁਝਾਨ ਚੱਲਿਆ ਤੇ ਅੱਜ ਵੀ ਉਹੀ ਆ। ਹਾਂਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀਗਾ ਬਈ ਆਹ ਜਿਹੜੇ ਬਾਹਰ ਤੇ ਨਵੇਂ ਫੂਡ ਬਿਲੀਅਨੀਅਰ ਸਾਹਮਣੇ ਆਏ ਆ, ਜਿਹੜੇ ਕੈਨੇਡੀਅਨ ਫੂਡ ਕਾਰਪੋਰੇਸ਼ਨ ਆ, ਉਹਨੇ ਵੀ ਦੱਸਿਆ ਜਿਹੜੇ ਲੌਜ਼ ਆ ਨਾ, ਉਹਨਾਂ ਨੇ ਜਿਹੜੀ ਫਸਟ ਕੁਆਟਰ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਕਮਾਈ ਆ ਪਿਛਲੇ ਸਾਲ ਦੇ ਮੁਕਾਬਲੇ ਲਗਭਗ 40% ਵਧੀ ਆ। ਦੇਖੋ 40%। ਸੋਚ ਕੇ ਦੇਖੋ ਕਿ ਕਿੰਨਾ ਜ਼ਿਆਦਾ। ਇੱਕ ਪਾਸੇ ਤਾਂ ਤੁਸੀਂ ਦੇਖੋ, ਇੱਕ ਹੁਣ ਕੰਪਨੀਆਂ ਨਹੀਂ ਤੁਰ ਪਈਆਂ ਜਿਹੜੀਆਂ ਤੁਹਾਨੂੰ ਫੂਡ ਲਿਆ ਕੇ ਦਿੰਦੀਆਂ। ਹਾਂਜੀ, ਸਕੈਪਡ ਡਿਸ਼ਸ। ਹਾਂਜੀ, ਡੈਸ਼ ਵਾਲੀਆਂ। ਹਾਂਜੀ, ਇਹਨਾਂ ਦੀ ਜਿਹੜੇ ਵੀ ਰੈਸਟੋਰੈਂਟ ਇਹਨਾਂ ਦੇ ਨਾਲ ਸੰਬੰਧਿਤ ਹੈ, ਉਹਨਾਂ ਦੀ ਜਿਹੜੀ ਪ੍ਰਾਈਸ ਉਹਨਾਂ ਦੇ ਥਰੂ ਮਿਲਦੀ ਉਹ ਜ਼ਿਆਦਾ ਆ। ਜਿਹੜੇ ਤੁਸੀਂ ਡਾਇਰੈਕਟਲੀ ਜਾ ਕੇ ਲੈਂਦੇ ਆ ਤਾਂ ਫਿਰ ਘੱਟ ਹੈ। ਹਾਂਜੀ, ਵੈਸੇ ਵੀ ਜੇ ਆਪਾਂ ਜਨਰਲ ਇਨਫਲੇਸ਼ਨ ਨੂੰ ਦੇਖਦੇ ਆ, ਜਨਰਲ ਇਨਫਲੇਸ਼ਨ ਨਾਲੋਂ ਜਿਹੜੀ ਫੂਡ ਪ੍ਰਾਈਸ ਇਨਫਲੇਸ਼ਨ ਆ ਇਹਦੇ 'ਚ ਜ਼ਿਆਦਾ ਤੇਜ਼ੀ ਨਾਲ ਵਾਧਾ ਹੋਇਆ। ਹੁਣ ਕਈਆਂ ਦੀ ਕੀਮਤ ਸ਼ਾਇਦ ਵਧੀ ਨਹੀਂ ਹੋਣੀ, 1% ਵਧੀ ਹੋਊਗੀ, 2% ਵਧੀ। ਇਹ ਅਸੀਂ ਜਨਰਲ ਇਨਫਲੇਸ਼ਨ ਤਾਂ ਫਿਰ ਐਵਰੇਜ ਕਰ ਦਿੰਦੇ ਆ। ਹਾਂਜੀ, ਕਿ ਐਵਰੇਜ ਇੰਨੀ ਵਧੀ ਆ, ਪਰ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਉਹੀ ਆ ਹਾਊਸਿੰਗ ਪ੍ਰਾਈਸ ਤੇ ਖਾਣੇ ਦੀ ਪ੍ਰਾਈਸ। ਹਾਂਜੀ, ਹੁਣ ਕੈਨੇਡਾ ਦੀ ਜਿਹੜੀ ਜਨਰਲ ਇਨਫਲੇਸ਼ਨ ਰੇਟ ਆ 1991 ਤੋਂ ਬਾਅਦ ਸਭ ਤੋਂ ਉੱਚੇ ਪੱਧਰ ਤੇ ਆ, ਤੇ ਜਿਹੜਾ ਫੂਡ ਇਨਫਲੇਸ਼ਨ ਰੇਟ ਆ ਇਹ 7.4% ਤੱਕ ਪਹੁੰਚ ਗਿਆ। ਹੁਣ ਤੁਸੀਂ ਇਹ ਦੇਖ ਲਓ ਵੀ ਕਿੰਨੀ ਜ਼ਿਆਦਾ। ਇੱਕ ਪਾਸੇ ਵੈਸੇ ਨਾ ਡਾਕਟਰ ਸਾਹਿਬ ਜਦੋਂ ਪੈਂਡੈਮਿਕ ਆਇਆ, ਜਿਹੜੇ ਕੰਮ ਨਹੀਂ ਹੁੰਦੇ ਉਹਦਾ ਵੀ ਪੈਂਡੈਮਿਕ ਦੇ ਸਿਰ ਮੜ ਦਿੰਦੇ ਆ। ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਪੈਂਡੈਮਿਕ ਦੀ ਕਰਕੇ ਸਟਾਫ ਦੀ ਸ਼ਾਰਟੇਜ ਹੋ ਗਈ ਹੈ, ਪੈਂਡੈਮਿਕ ਦੀ ਕਰਕੇ ਇਹ ਹੋ ਗਿਆ, ਤੇ ਹੁਣ ਜਿਹੜੀਆਂ ਆਹ ਲੋਕੀ ਪੈਂਡੈਮਿਕ ਦੀ ਆੜ ਦੇ ਵਿੱਚ ਜਿਨ੍ਹਾਂ ਨੇ ਹੁਣ ਇੰਨੇ ਜ਼ਿਆਦਾ ਮੁਨਾਫੇ ਕਮਾਇਆ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਨੇ, ਉਹਨਾਂ ਨੇ ਪੈਂਡੈਮਿਕ ਦੇ ਸਿਰ ਤੇ ਹੀ ਇਹ ਜਿਹੜੀਆਂ ਹੈਗੀਆਂ ਸਾਰੇ ਪ੍ਰੋਫਿਟਸ ਜਿਹੜੇ ਹੈਗੇ ਆ ਸਾਰੇ ਗੇਨ ਕੀਤੇ ਹੈਗੇ ਆ। ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਰਸ਼ੀਅਨ ਫਿਊਲ ਨੂੰ ਛੱਡਣ ਦੀ ਯੂਰਪ ਦੀ ਜਿਹੜੀ ਮੁਹਿੰਮ ਸੀ, ਮਾਸਕੋ ਨੂੰ ਯੂਕਰੇਨ ਦੇ ਹਮਲੇ ਲਈ ਸਜ਼ਾ ਦੇਣ ਲਈ ਤਿਆਰ ਕੀਤੀ ਗਈ ਸੀ। ਇਹ ਸੰਘਰਸ਼ ਹਜ਼ਾਰਾਂ ਮੀਲ ਦੂਰ ਦੀ ਤਬਾਹੀ ਮਚਾ ਰਿਹਾ, ਪਾਕਿਸਤਾਨ ਨੂੰ ਹਨੇਰੇ ਵਿੱਚ ਡੁਬੋ ਰਿਹਾ, ਇੱਕ ਸ਼ਾਸਨ ਨੂੰ ਕਮਜ਼ੋਰ ਕਰ ਰਿਹਾ ਤੇ ਦੇਸ਼ ਦੀ ਜਿਹੜੀ ਨਵੀਂ ਲੀਡਰਸ਼ਿਪ ਆ ਉਹਦੀ ਸਥਿਰਤਾ ਨੂੰ ਵੀ ਖਤਰਾ ਪੈਦਾ ਕਰ ਰਿਹਾ। ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਨੇ ਕੋਈ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ, ਉਸ ਵੇਲੇ CNG ਦਾ ਗੈਸ ਦਾ ਗੱਲ ਕਰਦੇ ਹਾਂ ਅਸੀਂ, ਇਹਨਾਂ ਨੇ ਮਾਰਕੀਟ ਦੇ ਵਿੱਚ ਜਿਹੜੇ ਸਮਝੌਤੇ ਕੀਤੇ, ਇੱਕ ਤਾਂ ਕੰਟਰੀਜ਼ ਜਿਹੜੀਆਂ ਪੈਦਾ ਕਰਦੀਆਂ ਆ CNG,
ਪਰ ਜਿਹੜੀ ਕਈ ਕੰਪਨੀਆਂ ਬਣੀਆਂ ਉਹਨਾਂ ਦੇ ਕੋਲ ਆਪਣੀ ਕੋਈ ਪ੍ਰੋਡਕਸ਼ਨ ਨਹੀਂ, ਬਸ ਵੇਚਦੀਆਂ ਆ ਉਹਨਾਂ ਦੇ ਕੋਲ ਵੱਖ-ਵੱਖ ਸੋਰਸਸ ਹੈਗੇ, ਕਟਰ ਵਾਲੇ ਹੈਗੇ ਆ, ਹੋਰ ਹੈਗੇ ਆ, ਜਿਨ੍ਹਾਂ ਤੋਂ ਇਕੱਠੇ ਕਰਕੇ ਤੁਹਾਨੂੰ CNG ਵੇਚ ਦਿੰਦੀਆਂ। ਜਿਹੜੀਆਂ ਕੰਟਰੀਜ਼ ਆ ਉਹ ਜ਼ਿਆਦਾ ਉਹਨਾਂ ਕੰਪਨੀਆਂ ਨਾਲ ਡੀਲ ਕਰਦੀਆਂ ਕਿਉਂਕਿ ਇਹਨਾਂ ਦੇ ਕੋਲ ਬਹੁਤ ਸੋਰਸਸ ਆ। ਸੋ ਇਹਨਾਂ ਨੇ ਸਮਝੌਤਾ ਕੀਤਾ ਉਸ ਵੇਲੇ। ਇੱਕ ਇਟਲੀ ਦੀ ਕੰਪਨੀ ਆ, ਉਹਨਾਂ ਨੇ $13 ਦੀ ਇਹਨੂੰ ਜਿਹੜਾ CNG ਇਹਦੀ ਮੇਜਰਮੈਂਟ ਲੈਂਦੇ ਆ, ਬ੍ਰਿਟਿਸ਼ ਥਰਮਲ ਯੂਨਿਟ ਉਹਨੂੰ ਕਹਿੰਦੇ ਆ, ਉਹ ਉਸ ਵੇਲੇ $13 ਦਾ ਮਿਲਦਾ ਸੀ। ਹਾਂਜੀ। ਸੋ ਵਧੀਆ ਜੇ ਲੌਂਗ ਟਰਮ ਸੋਚਣਾ ਹੁੰਦਾ, ਰੀਅਲ ਸੋਚਣਾ ਹੁੰਦਾ, ਤਾਂ ਫਿਰ ਇਹਨਾਂ ਦੇ ਲਾਗੇ ਹੀ ਅਫਗਾਨਿਸਤਾਨ ਦੇ ਨਾਲ ਹੀ ਬਾਰਡਰ ਲੱਗਦਾ ਆ ਉਹਨਾਂ ਦਾ, ਤੁਰਕਮਨਿਸਤਾਨ ਦਾ। ਹਾਂਜੀ। ਵੈਸੇ ਤਾਂ ਜਿੰਨੇ ਵੀ ਸੈਂਟਰਲ ਏਸ਼ੀਅਨ ਮੁਲਕ ਆ ਉਹਨਾਂ ਦੇ ਕੋਲ ਇੰਨੀ ਗੈਸ ਆ ਨਾ, ਉਹ ਸਾਰੀ ਦੁਨੀਆ ਨੂੰ ਸਪਲਾਈ ਕਰ ਸਕਦੀ। ਹਾਂਜੀ। ਪਰ ਉਹ ਲੈਂਡ ਲੌਕਡ ਆ, ਉਹਨਾਂ ਦੇ ਕੋਲ ਕੋਈ ਬੰਦਰਗਾਹ ਹੈ ਨਹੀਂ ਕਿ ਜਿੱਥੋਂ ਭੇਜ ਸਕਣ। ਇਹਨਾਂ ਲਈ ਸਭ ਤੋਂ ਵਧੀਆ ਗੱਲ ਹੋਣੀ ਸੀ ਜੇ ਇੱਕ ਪਾਈਪਲਾਈਨ ਬਣਾਉਂਦੇ ਉੱਥੋਂ ਤੁਰਕਮਨਿਸਤਾਨ ਤੋਂ। ਹਾਂਜੀ। ਤੇ ਭਾਵੇਂ ਦੂਸਰੇ ਮੁਲਕਾਂ ਨੂੰ ਵੀ ਸਪਲਾਈ ਕਰਦੇ, ਪਰ ਉਹ ਦੂਰ ਆਪਣੇ ਤੋਂ ਤਾਂ ਵੈਸੇ ਵਧੀਆ ਇਹਨਾਂ ਨੇ ਇਹ ਸੋਚਿਆ ਕਿ ਚਲੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਿਹੜੀਆਂ ਕੰਪਨੀਆਂ CNG ਵੇਚਦੀਆਂ ਉਹਨਾਂ ਨਾਲ ਸਮਝੌਤਾ ਕਰ ਲੈਣੇ ਹੁਣੇ ਹੀ। ਹਾਂਜੀ। ਉਦੋਂ ਸਮਝੌਤਾ ਦਾ ਕਰ ਲਿਆ ਲੌਂਗ ਟਰਮ, ਉਹ ਠੀਕ ਹੈ, $13 ਨੂੰ ਸਸਤੀ ਮਿਲ ਗਈ ਉਸ ਵੇਲੇ। ਤੇ ਹੁਣ ਜਿਹੜੀ ਕੰਪਨੀ ਤੁਹਾਨੂੰ ਸਪਲਾਈ ਕਰ ਰਹੀ ਆ ਇਸ ਵੇਲੇ ਯੂਰਪੀਅਨ ਮਾਰਕੀਟ ਦੇ ਵਿੱਚ ਪ੍ਰਤੀ ਬ੍ਰਿਟਿਸ਼ ਥਰਮਲ ਯੂਨਿਟ ਦੀ ਕੀਮਤ $30 ਆ। ਇਹਨਾਂ ਨੇ ਕੀਤੀ ਆ ਐਗਰੀਮੈਂਟ $13 ਦਾ। ਹੁਣ ਜੇ ਤੁਸੀਂ ਕੰਟਰੈਕਟ ਤੋੜਦੇ ਆ ਤਾਂ ਉਹਦਾ ਇੰਟਰਨੈਸ਼ਨਲ ਟ੍ਰਿਬਿਊਨਲ ਤੁਹਾਨੂੰ ਫਾਈਨ ਕਰਦਾ ਹੈ। ਪਹਿਲਾਂ ਤਾਂ ਤੁਹਾਨੂੰ ਪੈਸੇ ਮੋੜਨੇ ਪੈਂਦੇ ਉਹਨਾਂ ਦੇ, $13 ਮੋੜਨਗੇ ਉਹ, ਤੇ ਉਹਦੇ ਉੱਤੇ 30% ਲਾਉਂਦੇ ਆ ਉਹ ਫਾਈਨ, ਜਿਹੜਾ ਮਤਲਬ ਤਕਰੀਬਨ ਉਹ $17 ਚ ਪੈਂਦਾ ਉਹਨਾਂ ਕੰਪਨੀ ਨੂੰ। ਉਹ ਫੇਰ ਵੀ ਕੰਪਨੀਆਂ ਨੇ ਤੋੜ ਦਿੱਤੇ ਉਹ, ਕਿਉਂਕਿ ਉਹਨਾਂ ਨੂੰ ਫੇਰ ਵੀ ਫਾਇਦਾ ਆ, 17 ਦੀ ਬਜਾਏ ਉਹ 30 ਨੂੰ ਵੇਚ ਰਹੇ। ਹਾਂਜੀ। ਉਹ ਫਾਈਨ ਦੇ ਕੇ ਵੀ ਫਾਇਦਾ ਉਹਨਾਂ ਨੂੰ, $13 ਤਾਂ ਉਹਨਾਂ ਤੇ ਲਏ ਸੀ ਤਾਂ ਉਹ ਮੋੜ ਦਿੱਤੇ, ਕੋਈ ਗੱਲ ਨਹੀਂ, $4 ਹੋਰ ਫਾਈਨ ਹੋਇਆ, $17 ਹੋ ਗਿਆ, ਤੇ ਹੁਣ $30 ਨੂੰ ਯੂਰਪੀਅਨ ਯੂਨੀਅਨ ਨੂੰ ਵੇਚ ਰਹੇ ਹੋ। ਕੰਟਰੈਕਟ ਤੋੜਨਾ ਉਹਨਾਂ ਦੇ ਹਿੱਤ ਦੇ ਵਿੱਚ ਪੈ ਰਿਹਾ, ਪੈਸੇ ਬਣ ਰਹੇ ਉਹਨਾਂ ਨੂੰ। $13 ਬ੍ਰਿਟਿਸ਼ ਥਰਮਲ ਯੂਨਿਟ ਦੇ ਪਰ ਇੱਕ ਯੂਨਿਟ ਦੇ ਮਗਰ $13 ਬਚਦੇ ਉਹਨਾਂ ਨੂੰ। ਤੇ ਜੇ ਲੰਬੇ ਸਮੇਂ ਤੋਂ ਸੋਚਦੇ ਹੁੰਦੇ ਤੇ ਉੱਥੋਂ ਤੁਰਕਮਨਿਸਤਾਨ ਤੋਂ ਪਾਈਪਲਾਈਨ ਕੱਢ ਕੇ ਲਿਆਉਂਦੇ ਅਫਗਾਨਿਸਤਾਨ ਥਾਣੀ, ਤੇ ਨਾਲੇ ਤਾਂ ਐਕਚੁਅਲੀ ਇੰਡੀਆ ਨੂੰ ਵੀ ਵੇਚ ਸਕਦੇ ਸੀ, ਹੋਰ ਵੀ ਮਾਰਕੀਟ ਦੇ ਵਿੱਚ ਵੇਚ ਸਕਦੇ। ਇੱਕ ਤਾਂ ਬੰਦਰਗਾਹ ਜਿੱਥੇ ਇਹਨਾਂ ਦੀ ਕਰਾਚੀ ਆ, ਤੇ ਦੂਸਰੇ ਪਾਸੇ ਇੱਕ ਬਲੋਚਿਸਤਾਨ ਦੇ ਵਿੱਚ ਨਵੀਂ ਬਣਾਈ ਹੈ ਇਹਨਾਂ ਨੇ ਬੰਦਰਗਾਹ, ਚਾਈਨਾ ਵਾਲਿਆਂ ਨੇ ਕਾਫੀ ਇਨਫਰਾਸਟ੍ਰਕਚਰ ਉੱਥੇ ਲਾਇਆ, ਤੇ ਉਹ ਉੱਥੇ ਤੁਸੀਂ ਇੰਟਰਨੈਸ਼ਨਲ ਮਾਰਕੀਟ ਨੂੰ CNG ਵੇਚ ਸਕਦੇ ਹੋ। ਤੇ ਅੱਜ ਪਾਕਿਸਤਾਨ ਨੇਰੇ ਡੁੱਬਾ ਬੈਠਾ। ਹਾਂਜੀ। ਤੇ ਦੂਸਰੀ ਵੱਡੀ ਗੱਲ ਆ ਗਈ ਹੈ ਲੀਡਰਸ਼ਿਪ ਦੀ ਉੱਥੇ। ਜੀ। ਇਮਰਾਨ ਖਾਨ ਨੇ 4 ਸਾਲ ਰਾਜ ਕੀਤਾ, ਲੋਕੀ ਨਿਤ ਬਾਹਰ ਆ ਕੇ ਕਹਿੰਦੇ ਸੀ ਕਿ ਇਮਰਾਨ ਖਾਨ ਅਗਲੀ ਵਾਰ ਨੂੰ ਜ਼ਰੂਰ ਜਾਊਗਾ। ਹਾਂਜੀ। ਅੱਛਾ, ਇਹਨਾਂ ਨੇ ਬਾਈ ਮਿਸਟੇਕ ਇਹਨਾਂ ਨੇ ਵੱਡੀ ਕੀ ਕੀਤੀ, ਪੋਲੀਟੀਕਲ ਮਿਸਟੇਕ ਹੈ ਇਹ। ਇਹਨਾਂ ਨੇ ਪਹਿਲਾਂ ਹੀ ਮਤਾ ਲੈ ਆਂਦਾ ਉਹਨੂੰ ਰਿਮੂਵ ਕਰਨ ਦਾ। ਹਾਂਜੀ। ਮਰਿਆ ਗਲ ਆਪਣੇ ਸੱਪ ਆਪਣੇ ਗਲ ਪਾ ਲਿਆ। ਹਾਂਜੀ। ਅੱਛਾ, ਉਹਨੇ ਵੀ ਲੰਬੀ ਨਹੀਂ ਸੋਚੀ ਸੀ ਵੈਸੇ, ਇਮਰਾਨ ਖਾਨ ਨੇ ਵੀ। ਉਹਨੇ ਉਹ ਮਤਾ ਪਾਸ ਹੋਣ ਤੋਂ ਪਹਿਲਾਂ ਹੀ ਅਸੈਂਬਲੀ ਭੰਗ ਕਰਤੀ। ਹਾਂਜੀ। ਅੱਛਾ, ਉਹ ਵੀ ਇਹਨਾਂ ਦੇ ਚੰਗੀ ਹੋਣੀ ਸੀ ਆਪੋਜੀਸ਼ਨ ਲਈ, ਕਿਉਂਕਿ ਜੇ ਉਦੋਂ ਵੀ ਭੰਗ ਕਰਕੇ ਇਲੈਕਸ਼ਨ ਕਰਾਉਂਦੇ ਤਾਂ ਉਹ ਇਮਰਾਨ ਖਾਨ ਨੇ ਹਾਰ ਜਾਣਾ ਸੀ। ਹਾਂਜੀ। ਹੁਣ ਕੀ ਹੋਇਆ, ਇਮਰਾਨ ਖਾਨ ਤਾਂ ਇੱਕ ਪਾਸੇ ਹੋ ਗਿਆ ਤੇ ਸ਼ਹਿਬਾਜ਼ ਉਹਨਾਂ ਦੇ ਸ਼ਰੀਫ ਹੋਣੀ ਉਹਨਾਂ ਦੇ ਪ੍ਰਧਾਨ ਮੰਤਰੀ ਬਣ ਗਏ। ਹਾਂਜੀ। ਜੋ ਮਹਿੰਗਾਈ ਤਾਂ ਨਹੀਂ ਕੰਟਰੋਲ ਕਰ ਸਕਦੇ ਉਹ ਵੀ। ਜੀ। ਮਹਿੰਗਾਈ ਤਾਂ ਉਦਾਂ ਦੀ ਉਦਾਂ ਹੀ ਚੱਲ ਰਹੀ ਆ। ਦੂਸਰਾ IMF ਤੋਂ ਉਹਨਾਂ ਦੀ ਨੈਗੋਸ਼ੀਏਸ਼ਨ ਚੱਲਦੀਆਂ ਲੋਨ ਲੈਣ ਲਈ। ਹਾਂਜੀ। IMF ਵਾਲਿਆਂ ਦੇ ਨੰਬਰ 1 ਸ਼ਰਤ ਇਹ ਆ ਕਿ ਤੁਸੀਂ ਜਿਹੜੀਆਂ ਇਹਨਾਂ ਨੇ ਸਬਸਿਡੀ ਦਿੰਦੇ ਆ ਗੈਸ ਤੇ ਤਾਂ ਆਇਲ ਤੇ, ਉਹ ਬੰਦ ਕਰੋ। ਹਾਂਜੀ। ਅੱਛਾ, ਹੁਣ ਬੁਰੇ ਫਸੇ ਆ ਸ਼ਰੀਫ ਸਾਹਿਬ, ਜੇ ਉਹ ਬੰਦ ਕਰਦੇ ਆ ਤਾਂ ਇੱਕਦਮ ਹੀ ਆਇਲ ਦੀਆਂ ਤੇ ਗੈਸ ਦੀਆਂ ਕੀਮਤਾਂ ਚੜ੍ਹ ਜਾਣਗੀਆਂ। ਹਾਂਜੀ।
ਲੋਕਾਂ ਨੇ ਫਿਰ ਕਹਿਣਾ ਕਿ ਇਮਰਾਨ ਖਾਨ ਦੇ ਥੱਲੇ ਤਾਂ 13% ਸੀ, ਤੁਸੀਂ 20% ਵਧਾਤੀ, ਹਾਂਜੀ ਮਹਿੰਗਾਈ ਜ਼ਿਆਦਾ ਹੋ ਗਈ ਅੱਗੇ ਨੂੰ। ਹਾਂਜੀ ਤੇ ਹੁਣ ਐਕਚੁਅਲੀ ਲੋਕੀ ਸੋਚਦੇ ਆ ਉਹੀ ਗੱਲ ਆ ਗਈ ਨਾ ਪੁਰਾਣੀ ਕਿ ਇਦੋਂ ਤਾਂ ਇਮਰਾਨ ਖਾਨ ਹੀ ਚੰਗਾ ਸੀ। ਹਾਂਜੀ ਹੁਣ ਸਾਰਾ ਜਿਹੜਾ ਨਜ਼ਲਾ ਝਾੜ ਰਹੇ ਆ ਉਹ ਸ਼ਰੀਫ ਤੇ ਝਾੜ ਰਹੇ, ਸਾਰਾ ਜਿਹੜਾ ਇਲਜ਼ਾਮ ਉਹਨਾਂ ਦੇ ਸਿਰ ਤੇ ਲੱਗ ਰਿਹਾ। ਇਹ ਤੇ ਇਹਨਾਂ ਤੇ ਇਸ ਕਰਕੇ ਲੜ ਰਿਹਾ, ਇਹਨਾਂ ਨੇ ਮਰਿਆ ਸੱਪ ਗਲੇ ਪਾ ਲਿਆ ਆਪਣੇ। ਹਾਂਜੀ ਬਿਲਕੁਲ। ਡਾਕਟਰ ਸਾਹਿਬ 6 ਜਨਵਰੀ 2021 ਨੂੰ US ਕੈਪੀਟਲ ਤੇ ਜਿਹੜੀਆਂ ਵੀ ਘਟਨਾਵਾਂ ਹੋਈਆਂ ਨੇ ਇਹ ਮੁੜ ਤੋਂ ਚਰਚਾ ਵਿੱਚ ਨੇ, ਇਸ ਦੇ ਬਾਰੇ ਹੁਣ ਗੱਲਬਾਤ ਚੱਲ ਰਹੀ ਆ, ਕੀ ਕਹਿਣਾ ਚਾਹੋਗੇ? ਦੇਖੋ, ਇਹ ਚਰਚਾ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਵਾਲਿਆਂ ਦਾ ਹਿੱਤ ਹੈ ਕਿ ਇਹ ਗੱਲ ਚਰਚਾ ਦੇ ਵਿੱਚ ਹੀ ਰਵੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ। ਹਾਂਜੀ। ਕਿਉਂਕਿ ਉਸ ਵੇਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਮ ਸੇ ਕਮ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹਨਾਂ ਨੂੰ ਸੱਦਿਆ ਜਾਵੇ, ਜਾਂ ਪਹਿਲਾਂ ਕਈ ਸੂਬਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਹੋ ਕਿ ਇਹ 'ਚ ਫਰਾਡ ਹੋਇਆ, ਇਲੈਕਸ਼ਨ ਜਿਹੜੀ ਆ ਫਰਾਡ ਹੈ ਤੇ ਉਹ ਗਲਤ ਹੈ, ਉਹਨਾਂ ਨੂੰ ਐਕਸੈਪਟ ਨਾ ਕਰੋ। ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਕਿਹਾ ਸੀ ਹਾਂਜੀ ਕਿ ਤੁਸੀਂ ਜਿਹੜੀ ਗਿਣਤੀ ਕਰਨੀ ਆ ਇਹਨਾਂ ਦੀਆਂ ਸਟੇਟ ਕਿਹੜੀ ਜਾਰਜੀਆ 3-4 ਸਟੇਟ ਸੀਗੀਆਂ ਜਿਨ੍ਹਾਂ ਦੇ ਨੰਬਰਸ ਦਾ ਨਾਲ ਜੋ ਬਾਈਡਨ ਚੁਣੇ ਗਏ, ਉਹ ਕਹਿੰਦੇ ਸੀ ਇਹਨਾਂ ਨੂੰ ਤੁਸੀਂ ਕਹੋਗੇ ਫਰਾਡ ਹੈ, ਇਹਨਾਂ ਦੇ ਮੈਂਬਰਸ ਨੂੰ ਨਾ ਗਿਣਿਓ। ਤੇ ਉਦੋਂ ਬਾਅਦ ਫਿਰ ਉਹਨਾਂ ਦੇ ਸਪੋਰਟਰ ਆਏ ਉੱਥੇ 6 ਜਨਵਰੀ ਨੂੰ, ਉਹਨਾਂ ਨੇ ਗੰਦ ਲੈ ਕੇ ਆ ਗਏ ਐਕਚੁਅਲੀ ਉਹ। ਹਾਂਜੀ। ਤੇ ਹੁਣ ਕੋਸ਼ਿਸ਼ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੀ ਹਰ ਰੋਜ਼ ਹੀ ਉਹ ਕੋਈ ਨਵਾਂ ਬੰਦਾ ਲੈ ਕੇ ਆਉਂਦੇ ਆ। ਆਪਣੇ ਕਾਂਗਰਸ ਨੇ ਹੀਅਰਿੰਗ ਸ਼ੁਰੂ ਕੀਤੀਆਂ ਹੈ, ਉਹਦੇ ਵਿੱਚ ਇਹਨਾਂ ਨੂੰ ਇਹ ਤਾਂ ਪਤਾ ਹੈ ਕਿ ਜੋ ਬਾਈਡਨ ਨੇ ਹਾਰ ਜਾਣਾ, ਹਾਰਨਾ ਕਿ ਤੋਂ ਉਹਨਾਂ ਨੂੰ ਲੱਗਦਾ ਕਿ ਡੋਨਲਡ ਟਰੰਪ ਨੇ ਅਨਾਉਂਸ ਕਰ ਦੇਣਾ ਕਿ ਮੈਂ ਪ੍ਰੈਜ਼ੀਡੈਂਟ ਲਈ ਰਨ ਕਰਨਾ। ਅਜੇ ਤਾਈਂ ਵੈਸੇ ਪਬਲਿਕਲੀ ਨਹੀਂ ਉਹਨਾਂ ਨੇ ਕਿਹਾ। ਹਾਂਜੀ। ਕਿਆਸ ਰਾਈ ਲਾ ਰਿਹਾ। ਹੁਣ ਇਹਨਾਂ ਦੀ ਵੱਡੀ ਗੱਲ ਇਹ ਹੈ ਕਿ ਜੇ ਡੋਨਲਡ ਟਰੰਪ ਅਗਲੀ ਵਾਰ ਇਲੈਕਸ਼ਨ ਨਹੀਂ ਲੜਦੇ ਤੇ ਫਿਰ ਜੋ ਬਾਈਡਨ ਜਿੱਤ ਸਕਦੇ। ਹਾਂਜੀ। ਜੇ ਉਹ ਲੜਦੇ ਆ ਤਾਂ ਫਿਰ ਹਾਰ ਜਾਣਾ ਇਹਨਾਂ ਨੇ। ਸੋ ਨਵੇਂ ਤੋਂ ਨਵਾਂ ਹਰ ਰੋਜ਼ ਉਹਨਾਂ ਦੇ ਵਿਟਨੈਸ ਹੁੰਦਾ, ਨਵਾਂ ਗਵਾਹ ਹੁੰਦਾ, ਤੇ ਹਰ ਰੋਜ਼ ਹੀ ਇਹਨਾਂ ਦਾ ਜਿਹੜਾ ਡੈਮੋਕ੍ਰੈਟਿਕ ਪੱਖੀ ਪਾਰਟੀ ਦੇ ਪੱਖ ਦੇ ਵਿੱਚ ਜਿੰਨਾ ਮੀਡੀਆ ਹੈ, ਹਰ ਰੋਜ਼ ਹੀ ਉਹ ਕਿਆਸ ਰਾਈ ਲਾਉਂਦੇ ਆ ਕਿ ਇਹਨੇ ਜੀ ਕਾਫੀ ਇਹਨੇ ਬੰਬ ਚਲਾਉਣੇ ਆ, ਇਹਨੇ ਆਹ ਬੋਲਣਾ, ਇਹਨੇ ਆਹ ਬੋਲ ਦੇਣਾ, ਇਹਦੇ ਨਾਲ ਡੋਨਲਡ ਟਰੰਪ ਫਸ ਜਾਣਾ। ਤਕਰੀਬਨ ਉਹ ਅੱਜ ਦੀ ਵੈਸੇ ਕਾਰਵਾਈ ਉਹਨਾਂ ਨੇ ਮੁਲਤਵੀ ਕੀਤੀ ਆ। ਹੁਣ ਥਰਸਡੇ ਕੱਲ੍ਹ ਨੂੰ ਹੈਗੀ ਆ ਕਾਰਵਾਈ। ਮੇਰਾ ਖਿਆਲ ਸਿਐਟਲ ਵਾਲਿਆਂ ਦੇ ਜਿਹੜੇ ਟੀਵੀ ਆ ਉੱਥੇ ਸਾਰਾ ਦਿਨ ਇਹੀ ਚੱਲਦੀ ਰਹਿੰਦੀ ਹੈ। ਹਾਂਜੀ। ਤੇ ਮੇਰਾ ਆਪਣਾ ਖਿਆਲ ਹੈ ਵੀ ਡੋਨਲਡ ਟਰੰਪ ਨੂੰ ਜਿੱਦਾਂ ਫਸਾਉਣਾ ਚਾਹੁੰਦੇ ਆ, ਫਸਣਾ ਹੈ ਨਹੀਂ ਉਹਨੇ। ਹਾਂਜੀ। ਪਰ ਆਸ ਅਜੇ ਵੀ ਹੈਗੀ ਇਹਨਾਂ ਦੀ। ਵੈਸੇ ਉਹਨੂੰ ਇੱਕ ਤਰ੍ਹਾਂ ਦਾ ਕੁਛ ਮਾਰਾਂ ਦਾ ਕਹਿਣਾ ਕਿ ਉਹਨੂੰ ਥ੍ਰੈਟ ਵੀ ਮੰਨਦੇ ਆ। ਥ੍ਰੈਟ ਉਹਨੂੰ ਇਸ ਕਰਕੇ ਮੰਨਦੇ ਕਿ ਉਹਦੇ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਯੂਨਿਟੀ ਲਿਆਂਦੀ ਉਹਨੇ। ਹਾਂਜੀ। ਠੀਕ ਹੈ, ਉਹ ਡਿਵਿਸਿਵ ਵੀ ਆ ਪਰ ਉਹ ਯੂਨਿਟੀ ਵੀ ਲਿਆਂਦੀ ਉਹਨੇ। ਜੀ। ਤੇ ਧੜੱਲੇ ਨਾਲ ਵੈਸੇ ਬੋਲਦਾ ਹੈ। ਹਾਂਜੀ। ਜੇ ਕਈ ਹੁੰਦੇ ਨਾ, ਕਈ ਨਹੀਂ ਬਹੁਤੇ ਸਿਆਸਤਾਂ ਤੇ ਇਹੀ ਹੁੰਦੇ ਆ ਵੀ ਮੂੰਹ ਬੰਦ ਕਰਕੇ ਰੱਖਣਾ, ਸ਼ਿਕੜੀ ਲਾ ਕੇ ਰੱਖਣੀ ਹੈ। ਡੋਨਲਡ ਟਰੰਪ ਉਹਨਾਂ ਬੰਦਿਆਂ ਚੋਂ ਆ ਜਿਹਨੇ ਮਾੜੀ ਜਿਹੀ ਗੱਲ ਸੋਚੀ ਨਹੀਂ ਤਾਂ ਕਹੀ ਨਹੀਂ। ਵੈਸੇ ਡਾਕਟਰ ਸਾਹਿਬ ਜਦੋਂ ਉਹ ਸੀ ਸੱਤਾ ਦੇ ਵਿੱਚ ਤਾਂ ਸਵੇਰੇ ਉੱਠ ਕੇ ਸਾਰੇ ਲੋਕੀ ਉਹਨਾਂ ਦੇ ਟਵੀਟਸ ਪੜ੍ਹਨ ਦੇ ਲਈ ਬੜੇ ਉਤਸੁਕ ਹੁੰਦੇ ਸੀ ਕਿ ਅੱਜ ਨਵੀਂ ਟਵੀਟ ਕੀ ਕੀਤੀ ਹੋਊਗੀ, ਕਿਉਂਕਿ ਉਹ ਕਹਿੰਦੇ ਆ ਪਬਲਿਕਲੀ ਗੱਲ। ਇਹ ਜਿਹੜੇ ਬਾਕੀ ਦੇ ਪੋਲੀਟੀਸ਼ੀਅਨ ਹੈ ਇਹਨਾਂ ਦੇ ਕੋਲ ਟਵੀਟਸ ਤਾਂ ਹੈਗੇ, ਇਹਨਾਂ ਦੇ ਅਕਾਊਂਟ, ਪਰ ਇਹ ਆਪ ਟਵੀਟ ਨਹੀਂ ਕਰਦੇ। ਇਹਨਾਂ ਨੇ ਸੋਸ਼ਲ ਮੀਡੀਆ ਲਈ ਬੰਦਾ ਰੱਖਿਆ ਹੁੰਦਾ। ਹਾਂਜੀ। ਤੇ ਬੰਦਾ ਸ਼ਾਇਦ ਉਹਨੇ ਵੀ ਰੱਖਿਆ ਹੋਵੇ ਪਰ ਉਹ ਪਹਿਲਾਂ ਹੀ ਸੁੱਤਾ ਉੱਠ ਕੇ ਇਹੀ ਕੰਮ ਕਰਦਾ ਸੀ। ਹਾਂਜੀ। ਸੁੱਤਾ ਵੀ ਬੜੀ ਅਰਲੀ ਉੱਠ ਖੜਦਾ ਸੀ, 3 ਵਜੇ ਆ ਜਾਂਦੀ ਸੀ ਉਹਦੀ ਟਵੀਟ। ਹਾਂਜੀ। ਉਹ ਤੋਂ ਬਾਅਦ ਪੂਰਾ ਦਿਨ ਤੁਸੀਂ ਇਹ ਦੇਖ ਲਓ ਵੀ ਉਹਦੀ ਟਵੀਟ ਤੇ ਗੱਲਬਾਤ ਹੁੰਦੀ ਰਹਿੰਦੀ, ਸਾਰਾ ਦਿਨ ਮੀਡੀਆ ਇਹੀ ਡਿਸਕਸ ਕਰਦਾ। ਹਾਂਜੀ, ਛਾਏ ਰਹਿੰਦੇ ਸੀ ਪੂਰਾ ਦਿਨ ਮੀਡੀਆ 'ਚ। ਸੋ ਇਸ ਕਰਕੇ ਅਜੇ ਤੱਕ ਵੀ ਡੋਨਲਡ ਟਰੰਪ ਉਹਨੂੰ ਥ੍ਰੈਟ ਮੰਨਦੇ ਆ। ਹਾਂਜੀ। ਤੇ ਜੋ ਬਾਈਡਨ ਦੀ ਇਹ ਪ੍ਰੋਬਲਮ ਹੈ ਕਿ ਜੇ ਨਵੰਬਰ ਦੇ ਵਿੱਚ ਇਹਨਾਂ ਦੀਆਂ ਇਲੈਕਸ਼ਨ ਦੋਏ ਸਦਨ ਕੰਟਰੋਲ ਕਰ ਲੈਂਦੇ ਆ ਰਿਪਬਲਿਕਨ ਪਾਰਟੀ ਵਾਲੇ। ਹੁਣ ਇੰਪੀਚਮੈਂਟ ਦੇ ਵਿੱਚ ਇੱਕ ਵਰਡ ਹੈਗਾ ਆ ਕਿ ਜੇ ਪ੍ਰੈਜ਼ੀਡੈਂਟ ਨੂੰ ਡਿਮੈਂਸ਼ੀਆ ਹੋ ਜਾਵੇ ਤਾਂ, ਇੱਕ ਤਾਂ ਟ੍ਰੀਜ਼ਨ ਹੈ ਨਾ, ਜੇ ਗਦਾਰੀ ਕਰਦਾ ਹੈ ਦੇਸ਼ ਦੇ ਨਾਲ। ਜੇ ਪ੍ਰਧਾਨ ਰਾਸ਼ਟਰਪਤੀ ਪਾਗਲ ਵੀ ਹੋ ਜਾਂਦਾ, ਦਿਮਾਗੀ ਤੌਰ ਤੇ ਉਹ
ਹਲਕਾ ਹੋ ਜਾਂਦਾ, ਫਿਰ ਵੀ ਤੁਸੀਂ ਉਹਨੂੰ ਇੰਪੀਚ ਕਰ ਸਕਦੇ। ਇਹਨਾਂ ਨੂੰ ਲੱਗਦਾ ਕਿ ਰਿਪਬਲਿਕਨਸ ਨੇ ਆ ਕੇ ਸਾਨੂੰ ਇੰਪੀਚਮੈਂਟ ਦੀਆਂ ਕਾਰਵਾਈ ਸ਼ੁਰੂ ਕਰ ਦੇਣੀ, ਹਾਂਜੀ, ਕਾਮਯਾਬ ਹੋਣ ਚਾਹੇ ਨਾ ਹੋਣ, ਕਿਉਂਕਿ ਸੈਨੇਟ ਦੇ ਵਿੱਚ ਜਦੋਂ ਫਾਈਨਲ ਵੋਟ ਪੈਂਦੀ ਹੈ 2/3 ਮੈਜੋਰਟੀ ਚਾਹੀਦੀ ਹੈ, 2/3 ਹੋਣੀ ਨਹੀਂ ਕਿਸੇ ਦੀ। ਹਾਂਜੀ, ਤੇ ਪਰ ਉਹ ਡਰਾਮਾ ਤਾਂ ਚੱਲਦਾ ਨਾ ਥੋੜਾ ਜਿਹਾ। ਜੀ ਡਾਕਟਰ ਸਾਹਿਬ, ਨੈਟੋ ਦੇ ਸੈਕਟਰੀ ਜਨਰਲ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਕਿ ਜਿਹੜੀ ਅਮਰੀਕਾ ਦੀ ਅਗਵਾਈ ਵਾਲੇ ਬਲਾਕ ਦਾ ਉਦੇਸ਼ ਹੈਗਾ ਗੱਲਬਾਤ ਦਾ, ਉਹ ਯੂਕਰੇਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੀ ਆ। ਦੇਖੋ, ਜਿਹੜੀ ਨੇਟੋ ਦੀ ਗੱਲ ਹੈ ਉਹਦੇ ਵਿੱਚ ਵੱਖ-ਵੱਖ ਦੇਸ਼ਾਂ ਦੀ ਆਪਣੀ ਰਾਏ ਹੈ। ਜਿੱਦਾਂ ਹੁਣ ਟਰਕੀ ਵਾਲਿਆਂ ਨੇ ਆਪਣੀ ਰਾਏ ਦਿੱਤੀ ਹੈ, ਉਹ ਨਵੇਂ ਮੈਂਬਰ ਨਹੀਂ, ਸਵੀਡਨ ਨੇ ਤਾਂ ਫਿਨਲੈਂਡ ਨੇ ਕਿਹਾ ਸੀ ਮੈਂਬਰ ਬਣਨਾ, ਉਹ ਉਹਨਾਂ ਦੇ ਅਪੋਜ਼ਡ ਹੈ। ਹਾਂਜੀ, ਉਹਨਾਂ ਨੇ ਇੱਕ ਰਾਏ ਹੈ ਨਹੀਂ ਨੇਟੋ ਦੀ ਕੋਈ ਵੀ, ਪਰ ਓਵਰਆਲ ਅਮਰੀਕਾ ਦੇ ਨਾਲ ਉਹ ਸਹਿਮਤ ਹੈ ਕਿ ਰਸ਼ੀਆ ਨੂੰ ਕਮਜ਼ੋਰ ਕਰਨਾ ਚਾਹੀਦਾ ਤੇ ਉਹਦੇ ਮੁਕਾਬਲੇ ਤੇ ਯੂਕਰੇਨ ਨੂੰ ਤਕੜਾ ਕਰਨਾ ਚਾਹੀਦਾ। ਇਹ ਤਾਂ ਉਹਨਾਂ ਨੂੰ ਕਹਿਣਾ ਹੀ ਪੈਂਦਾ। ਪਰ ਨਾਲ ਦੀ ਨਾਲ ਹੀ ਬਾਕੀ ਦੀ ਸਟੇਟਮੈਂਟ ਦੇਖੋ ਉਹਨਾਂ ਦੀ, ਉਹ 'ਚ ਲਿਖਿਆ ਹੈ, ਉਹਦੇ ਵਿੱਚ ਰਿਫਲੈਕਟ ਕਰਦੇ ਆ ਜਿਹੜੇ ਦੂਜੇ ਦੇਸ਼ਾਂ ਦੇ ਕੰਸਰਨ ਆ ਕਿ ਹੁਣ ਤਾਂ ਕੰਪਰੋਮਾਈਜ਼ ਕਰਨਾ ਹੀ ਪੈਣਾ ਇਹਨੂੰ। ਹਾਂਜੀ, ਦੇਖੋ ਇੱਕ ਗੱਲ ਨੋਟਿਸ ਕਰਕੇ ਦੇਖ ਲਓ, ਅਮਰੀਕਾ ਦੇ ਵਿੱਚ ਤਾਂ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਇੱਕ ਵੀ ਅਖਬਾਰ ਨਹੀਂ ਲੱਭੂਗਾ, ਇੱਕ ਵੀ ਟੀਵੀ ਨਹੀਂ ਲੱਭੂਗਾ ਜਿਹੜਾ ਇਹ ਕਵੇ ਕਿ ਜ਼ੈਲੈਂਸਕੀ ਨੇ ਸਾਰੀ ਆਪੋਜੀਸ਼ਨ ਜੇਲ੍ਹ 'ਚ ਕੀਤੀ ਹੈ। ਜੀ, ਜੇ ਕਿਸੇ ਦੇਸ਼ ਦਾ ਬੰਦਾ ਹੋਰ ਕਰਕੇ ਦੇਖੇ, ਤੁਸੀਂ ਦੇਖਿਓ ਇੱਥੇ ਕਿੰਨਾ ਮਨੁੱਖੀ ਅਧਿਕਾਰਾਂ ਦਾ, ਫਲਾਣੇ ਦਾ ਸਾਰੇ ਰੌਲਾ ਪਾਉਣਗੇ। ਹਾਂਜੀ, ਉਹਨੇ ਜਿਹੜਾ ਵੀ ਉਹਦੇ ਖਿਲਾਫ ਬੋਲਿਆ ਉਹਨੂੰ ਜੇਲ੍ਹ 'ਚ ਦੇ ਦਿੱਤਾ। ਹਾਂਜੀ, ਉਹ ਇੱਕ ਬਲੌਗਰ ਨੂੰ ਵੀ ਉਹਨੇ ਸਜ਼ਾ ਸੁਣਾਤੀ ਸੀ। ਦੱਸੋ, ਮਤਲਬ ਉਹ ਤਾਂ ਪੋਲੀਟੀਕਲ ਲੀਡਰ ਵੀ ਨਹੀਂ ਕੋਈ, ਹਾਂਜੀ, ਤਾਂ ਬਲੌਗ ਹੀ ਕਰਦਾ ਸੀ। ਸਵਾਲ ਹੀ ਪੁੱਛੇ ਸੀ ਉਹਨੇ ਵਿਚਾਰੇ ਨੇ। ਹਾਂਜੀ, ਉਹਨਾਂ ਨੇ ਇੱਕ ਪਹਿਲੀ ਸਵਾਲ ਇਹ ਪੁੱਛਿਆ, ਸਾਰੇ ਹੀ ਉਹ ਆਪੋਜੀਸ਼ਨ ਵਾਲੇ ਹੀ ਪੁੱਛਦੇ ਆ ਕਿ ਪਹਿਲਾਂ ਰਸ਼ੀਆ ਵਾਲੇ ਤੁਹਾਨੂੰ ਇਹੀ ਕਹਿੰਦੇ ਸੀ ਵੀ ਨੇਟੋ ਵਾਲੀ ਐਪਲੀਕੇਸ਼ਨ ਵਿਦਡਰਾ ਕਰ ਲਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਨੇਟੋ ਦੇ ਮੈਂਬਰ ਬਣੋ। ਹਾਂਜੀ, ਅੱਛਾ, ਨੇਟੋ ਦੇ ਵੀ ਮੈਂਬਰ ਖੁਦ ਹੁਣ ਕਹਿੰਦੇ ਆ ਕਿ ਇਹਨਾਂ ਨੂੰ ਨਹੀਂ ਮੈਂਬਰ ਬਣਨਾ ਚਾਹੀਦਾ ਸੀ। ਇਹ ਨੇਟੋ ਵਾਲੇ ਦੇ ਸਾਰੇ ਸਹਿਮਤ ਨਹੀਂ ਸੀ ਇਸ ਗੱਲ ਤੇ। ਹਾਂਜੀ, ਇਸੇ ਕਰਕੇ ਹਾਲੇ ਪੈਂਡਿੰਗ ਐਪਲੀਕੇਸ਼ਨ ਸੀ। ਉਹ ਕਹਿੰਦੇ ਵੀ ਤੁਸੀਂ ਪੰਗਾ ਲੈ ਲਿਆ ਰਸ਼ੀਆ ਵਾਲਿਆਂ ਨਾਲ ਇਸ ਗੱਲ ਤੇ, ਜੇ ਤੁਸੀਂ ਪਹਿਲਾਂ ਹੀ ਵਿਦਡਰਾ ਕਰਦੇ ਤਾਂ ਉਹਨਾਂ ਨੇ ਆਉਣਾ ਹੀ ਨਹੀਂ ਸੀ। ਤੁਸੀਂ ਬਹਾਨਾ ਦੇਤਾ ਰਸ਼ੀਆ ਨੂੰ ਆਉਣ ਦਾ। ਹੁਣ ਰਸ਼ੀਆ ਵਾਲੇ ਆ ਗਏ ਤੇ ਉਹਨਾਂ ਨੇ 2 ਸ਼ਰਤਾਂ ਹੋਰ ਲਾਤੀਆਂ। ਕ੍ਰਾਈਮੀਆ ਜਿਹੜਾ ਉਹਨਾਂ ਨੇ ਪਹਿਲਾਂ ਹੀ ਲੈ ਲਿਆ ਸੀ, ਉਹ ਕਹਿੰਦੇ ਵੀ ਤੁਸੀਂ ਸਾਈਨ ਕਰੋ ਹੁਣ। ਹਾਂਜੀ, ਲੀਗਲੀ ਤੌਰ ਤੇ ਮੰਨੋ ਵੀ ਕ੍ਰਾਈਮੀਆ ਸਾਡਾ ਹੈ। ਹਾਂਜੀ, ਜਿੱਦਾਂ ਅਸੀਂ ਲੀਗਲੀ ਤੌਰ ਤੇ ਕਿਸੇ ਜ਼ਮਾਨੇ 'ਚ ਤੁਹਾਨੂੰ ਦਿੱਤਾ ਸੀ। ਬਾਕੀ ਡਨਬਾਸ ਦਾ ਰੀਜਨ ਉਹ ਵੈਸੇ ਪ੍ਰੈਕਟੀਕਲੀ ਤਾਂ ਉਹਨਾਂ ਦੇ ਹੱਥ, ਜਿੱਦਾਂ ਮੈਂ ਸਵੇਰੇ ਗੱਲ ਕਰਦਾ ਸੀ, ਡੀ ਫੈਕਟੋ ਤਾਂ ਉਹਨਾਂ ਦੇ ਹੱਥ 'ਚ ਆ ਨਾ। ਹਾਂਜੀ, ਤੇ ਸਾਈਨ ਹੀ ਕਰਾਉਣੇ ਆ। ਹੁਣ ਨੇਟੋ ਦੇ ਜਨਰਲ ਸੈਕਟਰੀ ਨੇ ਇਹ ਕਹਿਤਾ ਵੀ ਕੰਪਰੋਮਾਈਜ਼ ਤਾਂ ਕਰਨੀ ਪੈਣੀ ਆ। ਹਾਂਜੀ, ਹੁਣ ਕੰਪਰੋਮਾਈਜ਼ ਇਹਦੇ ਮਤਲਬ ਟੇਢੇ ਢੰਗ ਨਾਲ ਉਹਨਾਂ ਨੇ ਦੱਸਿਆ ਕਿ ਇਹਦੇ ਲਈ ਤੁਹਾਨੂੰ ਟੈਰੀਟਰੀ ਵੀ ਛੱਡਣੀ ਪੈਣੀ ਆਪਣੀ। ਹਾਂਜੀ, ਤੇ ਉਹ ਟੈਰੀਟਰੀ ਛੱਡਣੀ ਆ। ਇੱਕ ਪਾਸੇ ਤਾਂ ਉਹਨਾਂ ਨੇ ਦੋਹੇ ਗੱਲਾਂ ਕਰਤੀਆਂ। ਇੱਕ ਪਾਸੇ ਤਾਂ ਅਮਰੀਕਾ ਵਾਲਿਆਂ ਦਾ ਮਿਸ਼ਨ ਆ ਜੋ ਮਰਜ਼ੀ ਦੁਨੀਆ 'ਚ ਹੋ ਜਾਵੇ, ਰਸ਼ੀਆ ਕਮਜ਼ੋਰ ਕਰਨਾ ਚਾਹੁੰਦੇ। ਹਾਂਜੀ, ਤੇ ਰਸ਼ੀਆ ਕਮਜ਼ੋਰ ਇਸ ਗੱਲ ਕਰਕੇ ਨਹੀਂ ਹੋਣਾ ਵੀ ਯੂਕਰੇਨ ਨਾਲ ਲੜਾਈ ਲੱਗਦੀ ਹੈ। ਦੂਸਰੀ ਗੱਲ, ਜੇ ਉਹ ਲੜਾਈ ਬੰਦ ਕਰਾਉਣ ਦੇ ਹੱਕ ਦੇ ਵਿੱਚ ਹੁਣ ਯੂਰਪੀਅਨ ਯੂਨੀਅਨ ਵਾਲੇ ਬਹੁਤ ਰੌਲਾ ਪਾਉਂਦੇ ਵੀ ਇਹ ਲੜਾਈ ਬੰਦ ਕਰਾਓ, ਸਾਡੀ ਇਕਨੋਮੀਜ਼ ਨੂੰ ਖਤਰਾ ਹੈ। ਹਾਂਜੀ, ਤੇ ਜੇ ਬੰਦ ਕਰਾਉਣੀ ਆ, ਹੁਣ ਰਸ਼ੀਆ ਵਾਲੇ ਮੰਨਦੇ ਨਹੀਂ। ਉਹ ਕਹਿੰਦੇ ਕਿ ਇਹ ਡਨਬਾਸ ਰੀਜਨ ਸਾਨੂੰ ਦੇਵੇ, ਕ੍ਰਾਈਮੀਆ ਤੇ ਸਾਈਨ ਕਰੇ। ਹਾਂਜੀ, ਹੁਣ ਜ਼ੈਲੈਂਸਕੀ ਜਿਹੜਾ ਪੁੱਠਾ ਫਸ ਗਿਆ। ਜੀ, ਅੱਗੇ ਤਾਂ ਇੱਕ ਹੀ ਮੰਗ ਸੀ, ਹੁਣ 2 ਮੰਗਾਂ ਹੋਰ ਹੋ ਗਈਆਂ। ਹਾਂਜੀ, ਅੱਛਾ, ਜੇ ਇਦਾਂ ਹੀ ਰਹੀ ਤਾਂ ਮੇਰਾ ਖਿਆਲ ਉਹਦਾ ਸ਼ਾਇਦ ਰਸ਼ੀਅਨ ਮੀਡੀਆ ਕਹਿੰਦਾ, ਇਹ ਪਤਾ ਨਹੀਂ ਇਹਨਾਂ ਦੇ ਸੱਚ ਹੋਵੇ ਜਾਂ ਝੂਠ ਹੋਵੇ। ਜੇ ਇਹ ਝੂਠ ਬੋਲਦੇ, ਉਹ ਵੀ ਝੂਠ ਬੋਲਦੇ ਹੋਣੇ ਆ। ਹਾਂਜੀ, ਮੈਂ ਇਹ ਦੇਖਦਾ ਹੁੰਦਾ ਵੀ ਝੂਠ ਤਾਂ ਸਾਰੇ ਹੀ ਬੋਲਦੇ ਹੋਣੇ। ਹਾਂਜੀ, ਉਹ ਉੱਥੇ ਸਪੈਕੂਲੇਸ਼ਨ ਹੈ ਵੀ ਇਹ ਜ਼ੈਲੈਂਸਕੀ ਦੇ ਖਿਲਾਫ ਕੂਡੇਟਾ ਹੋ ਸਕਦਾ, ਉਹਦਾ ਰਾਜ ਪਲਟਾ ਸਕਦੇ ਆ। ਕੌਣ ਪਲਟਾਉਣਗੇ ਇਹ ਹਾਲੇ ਉਹਨਾਂ ਨੂੰ ਪਤਾ ਨਹੀਂ। ਸਿਰਫ ਕਿਆਸ ਲਾ ਰਹੇ ਆ। ਮੇਰਾ ਖਿਆਲ ਆਸ ਵੀ ਆਪਣੀ ਵੀ ਉਹਨਾਂ ਦੀ ਆਸ ਇਹੀ ਆ ਕਿ ਜ਼ੈਲੈਂਸਕੀ ਜਾਂਦਾ ਲੱਗੇ। ਹਾਂਜੀ, ਸੋ ਇੱਥੇ ਅਲਟੀਮੇਟਲੀ ਮੇਰਾ ਖਿਆਲ ਤਾਂ ਇਹਨਾਂ ਨੂੰ ਜ਼ੈਲੈਂਸਕੀ ਨੂੰ ਵੀ ਮੰਨਣਾ ਹੀ ਪੈਣਾ। ਕਿੰਨੇ ਕੁ ਬੰਦੇ ਮਰਾ ਲਓਗੇ ਤੁਸੀਂ? ਹੁਣ ਤਾਂ 7 ਮਿਲੀਅਨ ਰਿਫਿਊਜੀ ਬਾਹਰ ਜਾ ਚੁੱਕਾ ਹੈ। ਹਾਂਜੀ, ਇੱਕ ਦੇਸ਼ ਦੀ ਜਿਹੜੀ ਆਬਾਦੀ ਆ ਉਹਦੀ 42 ਮਿਲੀਅਨ ਹੈ। 42 ਮਿਲੀਅਨ ਚੋਂ 7 ਮਿਲੀਅਨ ਤਾਂ ਹੁਣ ਤਾਂ ਹੀ ਚੱਲਿਆ। ਹਾਂਜੀ, 7 ਹੋਰ ਚੱਲ ਗਿਆ ਤਾਂ ਅੱਧੀ ਪਾਪੂਲੇਸ਼ਨ ਤਾਂ ਜਾਂਦੀ ਲੱਗੀ ਨਾ। ਹਾਂਜੀ,
ਤਾਂ ਫਿਰ ਦੇਖੋ ਬੰਦੇ ਮਾਰ ਕਿੰਨੇ ਰਹੇ ਆ। ਉਹਨਾਂ ਦੇ ਏਡ ਨੇ ਪਿੱਛੇ ਜਿਹਾ ਕਿਹਾ ਕਿ 1 ਲੱਖ ਤਾਂ ਫੌਜੀ ਮਰਿਆ ਸਾਡਾ। ਹਾਂਜੀ, ਜੇ ਫੌਜ ਦਾ 1 ਲੱਖ ਮਰਿਆ, ਸਿਵਿਲੀਅਨ ਕਿੰਨੇ ਮਰੇ ਹੋਣਗੇ ਉੱਥੇ? ਹਾਂਜੀ ਬਿਲਕੁਲ। ਇੰਨਾ ਵੱਡਾ ਡੈਮੇਜ ਕਰਾਉਣ ਤੋਂ ਬਾਅਦ ਵੀ ਸਾਈਨ ਕਰਨਾ ਹੀ ਹੈ। ਹਾਂਜੀ, ਤੇ ਇਹ ਅਲਟੀਮੇਟਲੀ ਮੇਰਾ ਖਿਆਲ ਯੂਰਪੀਅਨ ਯੂਨੀਅਨ ਦਾ ਜਿਹੜਾ ਪ੍ਰੈਸ਼ਰ ਪੈ ਰਿਹਾ ਨਾ, ਉਹ ਇਹ ਹੀ ਆ ਵੀ ਕੰਪਰੋਮਾਈਜ਼ ਕਰੋ ਤੁਸੀਂ। ਹਾਂਜੀ, ਹੁਣ ਤਾਂ ਸਾਰੇ ਕੰਪਰੋਮਾਈਜ਼ ਕਰਨ ਦੇ ਲਈ ਦਬਾਅ ਪਾ ਰਹੇ ਆ। ਡਾਕਟਰ ਸਾਹਿਬ, ਇੱਕ ਨਾ ਸ਼ੂਗਰ ਨਾਂ ਦੀ ਘੋੜੀ ਆ, ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਆ। ਇਹ ਪੂਰਾ ਮਸਲਾ ਹੈ ਕੀ ਆ? ਦੇਖੋ, ਅਸੀਂ ਇਨਸਾਨ ਦੀ ਗੱਲ ਕਰਦੇ ਹੁੰਦੇ ਆ ਕਿ ਉਹਨਾਂ ਨੂੰ ਲੇਜ਼ੀਨੈਸ ਦੀਆਂ ਸਾਰੀਆਂ ਆਦਤਾਂ ਆ। ਇਹਨੇ ਵੈਸੇ ਤਰੱਕੀ ਵੀ ਕਰਾਈ ਆ। ਹਾਂਜੀ, ਜੇ ਇਨਸਾਨ ਚਾਹੁੰਦਾ ਨਹੀਂ ਸੀ ਕਿ ਆਪਣੇ ਮੋਢਿਆਂ ਤੇ ਪੱਥਰ ਰੱਖ ਕੇ ਤੁਰਿਆ ਜਾਵੇ, ਉਹਨੇ ਪਹੀਆ ਇਨਵੈਂਟ ਕਰ ਲਿਆ। ਤਾਂ ਹੀ ਇਨਵੈਂਟ ਕੀਤਾ ਵੀ ਉਹ ਸੌਖਾ ਤਰੀਕਾ ਹੈ ਲਿਜਾਣ ਦਾ। ਹਾਂਜੀ, ਤੇ ਫਿਰ ਅਸੀਂ ਕਈ ਵਾਰੀ ਕੰਮ ਤੋਂ ਡਰਦੇ ਤੇ ਕੋਈ ਬਹਾਨਾ ਲਾਉਂਦੇ ਆ। ਹਾਂਜੀ, ਕੋਈ ਬਿਮਾਰ ਹੋ ਜਾਂਦਾ, ਕੋਈ ਛਿੱਕਾ ਮਾਰਨ ਲੱਗ ਪੈਂਦਾ। ਹਾਂਜੀ, ਤੇ ਇਹ ਘੋੜੀ ਜਿਹੜੀ ਹੈ, ਇਹਨੂੰ ਜਦੋਂ ਵੀ ਕੰਮ ਲਾਉਣ ਲੱਗਦੇ ਆ ਤਾਂ ਇਹ ਪੈ ਕੇ ਸੌਂ ਜਾਂਦੀ ਆ। ਸੌਂਦੀ ਉਦੋਂ ਹੀ ਆ ਜਦੋਂ ਉਹਨੂੰ ਕਿਤੇ ਪਤਾ ਹੁੰਦਾ ਵੀ ਇਹਨੂੰ ਹੁਣ ਕੰਮ ਤੇ ਜੋੜਨ ਲੱਗੇ ਆ। ਫਿਰ ਲੇਜ਼ੀ ਨਹੀਂ, ਉਦਾਂ ਤੇ ਐਕਟਿਵ, ਉਹਨੂੰ ਪਤਾ ਲੱਗ ਜਾਂਦਾ ਕਿ ਮਤਲਬ ਚਲਾਕ ਹੈ ਨਾ, ਦਿਮਾਗ ਕੰਮ ਕਰਦਾ ਉਹਦਾ। ਹਾਂਜੀ, ਬਹਾਨਾ ਇਹ ਬਣਾਉਂਦੀ ਵੀ ਸੁੱਤੀ ਪਈ ਆ, ਉਹਨੇ ਅੱਖਾਂ ਮੀਟ ਲੈਂਦੀ ਉਹ। ਹਾਂਜੀ, ਤੇ ਇਹ ਆਦਤਾਂ ਦੇਖੋ ਜਿਹੜੀਆਂ ਜਾਨਵਰਾਂ ਦੇ ਵਿੱਚ ਪੈ ਰਹੀਆਂ। ਵੈਸੇ ਤੁਸੀਂ ਇੱਥੇ ਹਾਰਸ ਫਾਰਮ ਤੇ ਜਾ ਕੇ ਦੇਖੋ, ਉਹ ਫਿਰ ਤੁਹਾਨੂੰ ਦੱਸਦੇ ਹੋ ਕਿ ਜਿਹੜੇ ਹਾਰਸਸ ਆ, ਜਿਹੜੇ ਘੋੜੇ ਆ, ਇਹਨਾਂ ਦੇ ਵਿੱਚ ਵੀ ਲੀਡਰਸ਼ਿਪ ਆ। ਜਿਹੜਾ ਘੋੜਾ ਉਹਨਾਂ ਦਾ ਲੀਡਰ ਹੁੰਦਾ ਨਾ, ਸਾਰੇ ਹੀ ਘੋੜੇ ਉਹਦੇ ਮਗਰ ਤੁਰੇ ਜਾਂਦੇ ਹੁੰਦੇ। ਜੇ ਉਹ ਪਾਣੀ ਪੀਣ ਲੱਗੂਗਾ, ਪਹਿਲਾਂ ਉਹ ਪੀਊਗਾ, ਬਾਕੀ ਦੇ ਬਾਅਦ ਦੇ ਵਿੱਚ ਪੀਣਗੇ। ਵੇਟ ਕਰਦੇ ਬਾਕੀ ਦੇ ਸਾਰੇ। ਹਾਂ, ਜਿੱਦਾਂ ਉਹ ਪੰਡਤ ਜੀ ਆ, ਬਾਕੀ ਦੇ ਪਿੱਛੇ ਲਾਈਨ ਲਾ ਕੇ ਖੜੇ ਆ। ਹਾਂਜੀ, ਤੇ ਉਸ ਤੋਂ ਬਾਅਦ ਆ ਕੇ ਸਾਰੇ ਲੱਗ ਪੈਂਦੇ ਆ। ਤੇ ਉਹ ਇਹਦਾ ਮਤਲਬ ਦਿਮਾਗੀ ਤੌਰ ਤੇ ਕਮ ਸੇ ਕਮ ਘੋੜੇ ਦੀ ਹਾਲਾਤ ਚੰਗੇ ਆ ਕਿ ਜਿਹੜਾ ਬਹਾਨੇ ਵੀ ਘਣ ਲੱਗ ਪਏ। ਨਹੀਂ ਤਾਂ ਜਾਨਵਰਾਂ ਨੂੰ ਤਾਂ ਜੋੜ ਲੈਂਦੇ ਆ, ਕੋਈ ਗੱਲ ਨਹੀਂ ਹੁੰਦੀ। ਉਹਨਾਂ ਨੂੰ ਤੁਰ ਪੈਂਦੇ ਆ ਪਸ਼ੂ। ਜੇ ਉਹਨਾਂ ਨੂੰ ਹਲ ਜੋੜਨਾ, ਉਹਨਾਂ ਨੂੰ ਗੱਡੇ ਜੋੜਨਾ, ਉਹਨਾਂ ਨੂੰ ਰੇਹੜੀ ਨਾਲ ਜੋੜਨਾ, ਕੰਮ ਤਾਂ ਕਰਦੇ ਨਾ। ਇਹ ਘੋੜੀ ਜਿਹੜੀ ਆ, ਇਹਨੇ ਨਵਾਂ ਹੀ ਬਹਾਨਾ ਲਾ ਲਿਆ। ਤੇ ਵੈਸੇ ਤਾਂ ਹੋਰ ਵੀ ਘੋੜੀਆਂ ਕਰਦੀਆਂ ਹੋਣੀਆਂ, ਪਰ ਇਸ ਘੋੜੀ ਤੇ ਟਵੀਟ ਕਰ ਦਿੱਤਾ ਕਰਕੇ ਉਹ ਇੰਟਰਨੈਟ ਤੇ ਤਾਂ ਕਿ ਵਾਇਰਲ ਹੋ ਗਈ ਆ। ਜੀ, ਵੈਸੇ ਡਾਕਟਰ ਸਾਹਿਬ, ਇੱਕ ਨਾ ਖਬਰ ਜੀ ਆਈ ਸੀ ਪਹਿਲਾਂ ਵੀ, ਕਹਿੰਦੇ ਵੀ ਜੇ ਕਿਸੇ ਕੰਪਨੀ ਦੇ ਬੌਸ ਨੇ ਸਭ ਤੋਂ ਔਖਾ ਕੰਮ ਕਰਵਾਉਣਾ ਹੋਵੇ ਤੇ ਬਹੁਤ ਘੱਟ ਸਮੇਂ 'ਚ ਆਪਣੀ ਕੰਪਨੀ ਦੇ ਲੇਜ਼ੀ EMPLOYEE ਨੂੰ ਦੇ ਦਿਓ, ਕਿਉਂਕਿ ਉਹਨੇ ਕੋਈ ਨਾ ਕੋਈ ਤਰੀਕਾ ਲੱਭ ਲੈਣਾ ਵੀ ਉਸ ਕੰਮ ਨੂੰ ਫਟਾਫਟ ਉਹਨੇ ਕਰਨਾ ਕਿਵੇਂ ਆ। ਆਰਮੀ 'ਚ ਕਹਿੰਦੇ ਹੁੰਦੇ ਆ ਵੀ ਜਿਹੜਾ ਲੇਜ਼ੀ ਬੰਦਾ ਹੈ ਨਾ, ਪਰ ਇੰਟੈਲੀਜੈਂਟ ਆ, ਹਾਂਜੀ, ਉਹ ਵਧੀਆ ਜਰਨੈਲ ਹੋ ਸਕਦਾ। ਹਾਂਜੀ, ਕਿਉਂਕਿ ਉਹਨੇ ਜੇ ਥੱਲਿਓਂ ਤੁਸੀਂ ਉੱਪਰ ਪਹਾੜ ਦੇ ਪਹੁੰਚਣਾ ਨਾ, ਲੇਜ਼ੀ ਬੰਦੇ ਨੇ ਸਭ ਤੋਂ ਸੌਖਾ ਰਾਹ ਲੱਭਣਾ। ਹਾਂਜੀ, ਪਰ ਲੱਭੂਗਾ ਇੰਟੈਲੀਜੈਂਟ ਹੀ। ਹਾਂਜੀ, ਸੋ ਇਸ ਕਰਕੇ ਲੇਜ਼ੀਨੈਸ ਕੰਮ ਆਉਂਦੀ ਹੈ ਕਿਸੇ ਦੀ। ਹਾਂਜੀ, ਬਿਲਕੁਲ। ਹੁਣ ਤੁਸੀਂ ਕੋਈ ਅੱਜ ਦਾ ਵਿਚਾਰ ਦੱਸੋ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਘਰ ਇੱਟਾਂ ਤੇ ਸੀਮੈਂਟ ਨਾਲ ਨਹੀਂ ਬਣਦੇ, ਘਰ ਮਾਵਾਂ ਨਾਲ ਬਣਦੇ ਆ। ਵਾਕਈ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਡੇਲੀ ਨਿਊਜ਼ ਅਪਡੇਟ ਦੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਜ਼ਰੂਰ ਕਰੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ। ਸਾਡਾ YouTube ਚੈਨਲ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਸਾਡੇ ਪ੍ਰੋਗਰਾਮਸ ਦੇਖੋ। ਤੁਸੀਂ ਪ੍ਰੋਗਰਾਮਸ ਨੂੰ ਦੇਖਣ ਤੋਂ ਬਾਅਦ ਤੁਸੀਂ ਕਮੈਂਟ ਕਰ ਸਕਦੇ ਹੋ, ਤੁਹਾਨੂੰ ਕਿਹੋ ਜਿਹੇ ਲੱਗਦੇ ਹੈਗੇ। ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਕੇ ਸਾਨੂੰ ਦੱਸੋ ਵੀ। ਸਾਡੀ ਈਮੇਲ ਹੈਗੀ ਆ info@radioindia.ca। ਸਾਡੇ ਪ੍ਰੋਗਰਾਮ ਸੰਬੰਧੀ ਤੁਸੀਂ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਤਾਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। प्रोग्राम साथ देने लिए बहुत बहुत शुक्रिया।